ਕੇਂਦਰ ਦੇ ਵਿੱਚ ਬੈਠੀ ਸਰਕਾਰ ਨੂੰ ਤੇ ਦਿੱਲੀ ਸਰਕਾਰ ਨੂੰ ਫਟਕਾਰ ਲਈ ਹੈ ਸੁਪਰੀਮ ਕੋਰਟ ਆਫ ਇੰਡੀਆ, ਸਭ ਤੋਂ ਵੱਡੀ ਅਦਾਲਤ ਭਾਰਤ ਦੀ। ਸਭ ਤੋਂ ਪਹਿਲਾਂ ਉਹ ਖਬਰ ਲਵਾਂਗੇ ਕਿ ਪ੍ਰਦੂਸ਼ਣ ਨੂੰ ਲੈ ਕੇ ਪੰਜਾਬੀਆਂ ਨੂੰ, ਕਿਸਾਨਾਂ ਨੂੰ ਜਿੱਥੇ ਬਦਨਾਮ ਕੀਤਾ ਜਾਂਦਾ ਸੀ, ਉਸ ਬਾਰੇ ਕੀ ਗੱਲ ਹੋਈ ਆ। ਹਰਿਆਣੇ ਦੇ ਅੱਧੇ ਤੋਂ ਵੱਧ 1 ਦਰਜਨ ਦੇ ਲਗਭਗ ਸ਼ਹਿਰਾਂ ਦਾ ਅੰਕੜਾ ਪੰਜਾਬ ਤੋਂ ਕਿਤੇ ਵੱਧ ਹੈ। ਤਾਂ ਬਦਨਾਮ ਪੰਜਾਬ ਤੇ ਹਰਿਆਣਾ ਨੂੰ ਕੀਤਾ ਜਾਂਦਾ ਹੈ। ਕੀ ਪੰਜਾਬ ਦਾ ਜਿਹੜਾ ਪ੍ਰਦੂਸ਼ਣ ਹੈ ਉਹ ਰਾਕਟਾਂ ਤੇ ਜਾਂ ਜਹਾਜ਼ਾਂ ਤੇ ਬਹਿ ਕੇ ਉੱਥੇ ਜਾਂਦਾ ਹੈਗਾ, ਅੱਜ ਵਿਚਾਲੇ ਉਹ ਹਰਿਆਣੇ ਨੂੰ ਛੱਡ ਦਿੰਦਾ ਹੈਗਾ। ਸੋ ਸਾਡੇ ਚੀਫ ਜਸਟਿਸ ਸਾਹਿਬ ਜਿਹੜੇ ਵੀਰ ਮੰਨਾ ਨੇ, ਉਹਨਾਂ ਨੇ ਜਿਹੜੇ ਸਾਡੇ ਸੋਲਿਸਿਟਰ ਜਨਰਲ ਸਾਹਿਬ ਸੀ, ਉਹਨਾਂ ਨੂੰ ਚੁੱਪ ਕਰਾਤਾ ਇੱਕ ਕਿਸਮ ਦੇ ਨਾਲ। ਜੇ ਪੰਜਾਬ ਸਰਕਾਰ, ਕੇਂਦਰ ਸਰਕਾਰ, ਦਿੱਲੀ ਸਰਕਾਰ, ਹਰਿਆਣਾ ਸਰਕਾਰ ਸੱਚਮੁੱਚ ਚਾਹੁੰਦੀ ਹੈ ਕਿ 2022 ਦੇ ਵਿੱਚ ਅਸੀਂ ਪ੍ਰਦੂਸ਼ਣ ਮੁਕਤ ਕਰਨਾ ਹੈ ਉੱਤਰੀ ਜ਼ੋਨ ਨੂੰ, ਤਾਂ ਜਿਹੜਾ 326 ਕਰੋੜ ਤੁਸੀਂ ਉਦੋਂ ਜਾਰੀ ਕੀਤਾ ਨਾ, ਇਹ ਅੱਜ ਜਾਰੀ ਕਰੋ। ਦਿੱਲੀ ਤੋਂ ਜਿੰਨੇ 3 ਪਹੀਆ ਵਾਹਨ ਕੱਢੇ ਸੀ, ਉਹ ਸਾਰੇ ਇੱਥੇ ਮਿੱਟੀ ਦੇ ਤੇਲ ਤੇ ਜਾਂ ਡੀਜ਼ਲ ਤੇ ਬਣਾ ਮੂਹੀ ਪ੍ਰਦੂਸ਼ਣ ਅਰਾਊਂਡ ਦਾ ਕਲੌਕ ਫਲਾਉਂਦੇ ਫਿਰਦੇ ਨੇ। ਉੱਥੇ ਕਿਸਾਨ ਕਿੱਥੇ ਆ? ਪੋਲੀਟੀਕਲ ਪਾਰਟੀ ਮੂੰਹੋਂ ਆਵਾਜ਼ ਕੱਢਦੀ ਹੈ ਕਿ ਭਾਈ ਇੰਨੇ ਚੀਜ਼ ਦੀ ਆਹ ਕਰ ਲਓ, ਇੰਨਾ ਸੈਸ਼ਨ ਦੇ ਦਿਓ, ਇੰਨੇ ਬਿਜਲੀ ਦੀਆਂ ਦਰਾਂ ਘਟਾ ਦਿਓ, ਤਾਂ ਚੰਨੀ ਸਾਹਿਬ ਉਹ ਕਰ ਦਿੰਦੇ ਨੇ ਤੇ ਮੁੱਦਾ ਹੀ ਖਤਮ ਕਰ ਦਿੰਦੇ ਨੇ। ਇਸੇ ਤਰ੍ਹਾਂ ਨਾਲ ਹੀ ਕੱਲ ਇੱਕ ਫੈਸਲਾ ਲਿਆ ਗਿਆ ਕਿ ਲਾਲ ਕਿਲੇ ਦੇ ਵਿੱਚ ਜਿਹੜੇ ਵਿਅਕਤੀ ਜ਼ਖਮੀ ਹੋਏ ਸੀਗੇ ਉਹਨਾਂ ਨੂੰ 2-2 ਲੱਖ ਰੁਪਇਆ ਦੇਣ ਦਾ ਐਲਾਨ ਕਰ ਦਿੱਤਾ ਵਿਧਾਨ ਸਭਾ ਦੇ ਵਿੱਚ। ਤੇ ਨਾਲ ਹੀ ਲਾਲ ਕਿਲਾ ਹਿੰਸੇ ਮਾਮਲੇ ਨੂੰ ਵਿਧਾਨ ਸਭਾ ਦੀ ਕਮੇਟੀ ਨੇ ਸਾਜ਼ਿਸ਼ ਕਰਾਰ ਦਿੱਤਾ ਹੈ ਜੀ। ਇਹ 22 ਜਨਵਰੀ ਤੋਂ ਬਾਅਦ ਜਦੋਂ ਕਿਸਾਨਾਂ ਦੀ ਆਖਰੀ ਮੀਟਿੰਗ ਟੁੱਟ ਗਈ ਸੀ, ਤਾਂ ਦਿੱਲੀ ਦੇ ਵੱਡੇ ਘਰਾਂ ਦੇ ਵਿੱਚ ਬਹਿ ਕੇ ਇੱਕ ਪੱਟ ਕਥਾ ਲਿਖੀ ਗਈ ਕਿ ਆਹ ਕੁਝ ਕੀਤਾ ਜਾਣਾ ਹੈ। ਜਿਹੜਾ ਲਾਲ ਕਿਲਾ ਤੁਸੀਂ ਵੀ ਦੇਖੋ, ਕੋਈ ਬੰਦਾ ਜਾਵੇ ਉੱਥੇ ਕਦੇ ਕੋਈ ਕਬੂਤਰ ਪਰ ਨਹੀਂ ਮਾਰ ਸਕਦਾ। ਉੱਥੇ ਇੰਨੀ ਸਿਕਿਉਰਿਟੀ ਲਾਈ ਹੋਈ ਹੈ, ਤੇ ਉਸ ਦਿਨ ਉਹਦੇ ਦਰਵਾਜ਼ੇ ਕਿਉਂ ਖੋਲ੍ਹਤੇ ਵੀ ਤੁਸੀਂ ਅੰਦਰ ਆ ਵੜੋ ਸਾਰੇ ਜਾਣੇ। ਪੰਜਾਬ ਸਰਕਾਰ ਨੇ 2-2 ਲੱਖ ਉਹਨਾਂ 83 ਬੰਦਿਆਂ ਨੂੰ ਦੇਣ ਦਾ ਐਲਾਨ ਕੀਤਾ। ਸੋ ਸਰਕਾਰ ਨੇ ਉਹਨਾਂ ਦੀ ਵਿੱਤੀ ਬਾਹ ਫੜੀ ਹੈ ਕਿ ਤੁਸੀਂ 2-2 ਲੱਖ ਰੁਪਇਆ ਅਸੀਂ ਤੁਹਾਨੂੰ ਦਿੰਦੇ ਆ, ਲੋੜ ਪਈ ਤਾਂ ਹੋਰ ਵੀ ਦੇ ਦਿਆਂਗੇ। ਇਹ ਕਿਸੇ ਦੇ ਯਾਦ ਕੀਤਾ ਵੀ ਨਹੀਂ ਸੀ ਆਹ ਮੁੱਦਾ, ਜਿਹੜਾ ਸਰਦਾਰ ਚਰਨਜੀਤ ਸਿੰਘ ਚੰਨੀ ਨੇ ਇਸ ਤਰ੍ਹਾਂ ਦਾ ਕੀਤਾ। ਹੁਣ ਤਾਂ ਵਿਰੋਧੀ ਵੀ ਕਹਿਣ ਲੱਗ ਗਏ ਕਿ ਚੰਨੀ ਸਾਹਿਬ ਜੇ ਹੋਰ ਚੱਲ ਗਏ ਮਹੀਨਾ ਕੁ, ਮੇਰਾ ਖਿਆਲ ਹੈ ਕਿ ਸਾਡੇ ਕੋਲ ਕੋਈ ਮੁੱਦਾ ਰਹਿਣਾ ਨਹੀਂ। ਸੋ ਵਾਅਦੇ ਕਰਨ ਜੋਗਾ ਤਾਂ ਮੈਨੂੰ ਲੱਗਦਾ ਹੈ ਰਹਿਣ ਦੇਣਾ ਚਾਹੀਦਾ ਚੰਨੀ ਸਾਹਿਬ ਤੁਹਾਨੂੰ। ਵਿਰੋਧੀ ਪਾਰਟੀਆਂ ਨੂੰ ਕੁਛ ਤਾਂ ਦੇ ਦਿਓ ਕਿ ਭਾਈ ਆਹ ਵਾਅਦੇ ਕਰ ਲਓ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਨੇ ਵੀ ਢਿੱਲੋਂ ਸਾਹਿਬ 10 ਟਿਕਟਾਂ ਆਪਣੀਆਂ ਅਨਾਉਂਸ ਕੀਤੀਆਂ ਨੇ, ਤੇ ਬਹੁਤ ਜ਼ਿਆਦਾ ਦਲ ਬਦਲੂ ਪਾਰਟੀ ਦੇ ਟਿਕਟ ਦੇ ਉੱਤੇ ਡਿਪੈਂਡ ਕਰਦਾ ਆ, ਜਾਂ ਇਸ ਵੇਲੇ ਦੀ ਸਿਚੁਏਸ਼ਨ ਹੈ ਕੀ ਹੈ। ਅਜੇ ਵੀ ਕਈਆਂ ਦੀ ਚਰਚੇ ਚੱਲ ਰਹੇ ਨੇ ਕਿ ਉਹ ਟੱਪ ਸਕਦੇ ਨੇ। ਚਰਚਾ ਤਾਂ ਇਹਨਾਂ ਦੇ ਕਿਸੇ ਵੱਡੇ ਆਗੂ ਦੀ ਵੀ ਹੈ ਕਿ ਉਹ ਵੀ ਕਿਸੇ ਵੇਲੇ ਦਲ ਬਦਲ ਸਕਦੇ ਨੇ, ਕਿਉਂਕਿ ਅਰਵਿੰਦ ਕੇਜਰੀਵਾਲ ਨੇ ਤਾਨਾਸ਼ਾਹ ਰਵੱਈਆ ਅਪਣਾਇਆ, ਜੋ ਰਵਿੰਦਰ ਰੂਬੀ ਕੁਝ ਦਿਨ ਪਹਿਲਾਂ ਕਹਿੰਦੇ ਸੀ। ਔਰ ਰੂਬੀ ਦੀ ਇਹ ਗੱਲ ਸੱਚ ਸਾਬਤ ਹੋਈ ਕਿ ਕਈ ਵਿਧਾਇਕ ਭੱਜਣ ਨੂੰ ਫਿਰਦੇ ਆ। 3-4 ਦਾ ਉਹ ਨਾਂ ਲੈਂਦੇ ਸੀਗੇ। ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਇਹ ਪਾਰਟੀ ਸ਼ੁਰੂ ਕੀਤੀ ਗਈ ਸੀ, ਤਾਂ ਉਦੋਂ ਜਿਹੜੇ ਪ੍ਰਮੁੱਖ ਆਗੂ ਸੀ, ਜਿਹੜੇ ਮਤਲਬ ਇਹਨਾਂ ਦੇ ਸੀ, ਜਿਹਨਾਂ ਚੋਂ ਸ਼ਸ਼ੀ ਭੂਸ਼ਣ, ਪ੍ਰਸ਼ਾਂਤ ਭੂਸ਼ਣ, ਆਸ਼ੂਤੋਸ਼, ਜੋਗਿੰਦਰ ਯਾਦਵ, ਉਹ ਸਾਰੇ ਆਗੂਆਂ ਚੋਂ ਅੱਜ ਕਿੰਨੇ ਕੁ ਇਹਨਾਂ ਦੇ ਨਾਲ ਖੜੇ। ਬਲ ਦੇ ਭਾਂਬੜ ਚੋਂ ਇੱਕ ਚਿੰਗਾਰੀ ਨਿਕਲ ਕੇ ਆ ਰਹੀ ਹੈ। ਚਿੰਗਾਰੀ ਦਾ ਨਾਮ ਹੈ ਗੁਰਨਾਮ ਸਿੰਘ ਚੜੂਣੀ ਦੀ ਪਾਰਟੀ। ਅਗਲੇ ਸਮੇਂ ਦੇ ਵਿੱਚ ਪਤਾ ਲੱਗ ਜੂਗਾ ਇਹ ਕਿਸੇ ਨਾ ਕਿਸੇ ਸਿਆਸੀ ਧਿਰ ਨੇ ਖੜੀ ਕੀਤੀ ਹੈ, ਭਾਵੇਂ ਉਹ ਕਿਸੇ ਕੇਂਦਰ ਵਾਲੀ ਹੋ ਸਕਦੀ ਹੈ, ਭਾਵੇਂ ਕੋਈ ਸਥਾਨਕ ਲੋਕਲ ਪੱਧਰ ਦੀ ਪਾਰਟੀ ਹੋ ਸਕਦੀ ਹੈ। ਇਹਦੇ ਪਿੱਛੇ ਕੋਈ ਨਾ ਕੋਈ ਜ਼ਰੂਰ, ਕਿ ਜਿਹੜੀਆਂ ਕਿਸਾਨਾਂ ਦੀਆਂ ਵੋਟਾਂ, ਇੱਕ ਪਾਰਟੀ ਜਿਹੜੀ ਆਪਣੇ ਆਪ ਨੂੰ ਹੁਣ ਤੱਕ ਇਹ ਕਹਿੰਦੀ ਸੀ ਕਿ ਅਸੀਂ ਕਿਸਾਨਾਂ ਦੇ ਸਭ ਤੋਂ ਵੱਡੇ ਖੈਰ ਖੁਆਹ ਆ, ਉਹਨਾਂ ਦੇ ਚੁੰਗਲ ਚੋਂ ਨਿਕਲ ਕੇ ਕਿਤੇ ਦੂਜੇ ਪਾਸੇ ਤਾਂ ਨਹੀਂ ਜਾ ਰਹੀਆਂ। ਸੰਯੁਕਤ ਕਿਸਾਨ ਮੋਰਚੇ ਨੇ ਕਹਿਤਾ ਕਿ ਸਾਡਾ ਇਹਦੇ ਨਾਲ ਕੋਈ ਤਾਲੁਕਾਤ ਨਹੀਂ, ਪਹਿਲਾਂ ਮੋਰਚਾ ਜਿੱਤ ਲਈਏ। ਇਹਦੇ ਬਾਵਜੂਦ ਗੁਰਨਾਮ ਸਿੰਘ ਚੜੂਣੀ ਵੱਖਰੇ ਰਾਹ ਤੇ ਚੱਲ ਕਿਉਂ ਰਹੇ ਨੇ? ਕਿਤੇ ਕੋਈ ਸੌਦਾ ਤਾਂ ਨਹੀਂ ਕਿਸੇ ਨਾਲ ਮਾਰ ਲਿਆ? ਸੁਖਪਾਲ ਖਹਿਰਾ ਹੁਣੀ ਕੈਪਟਨ ਅਮਰਿੰਦਰ ਸਿੰਘ ਹੋਣਾ ਦੇ ਬੜੇ ਨਜ਼ਦੀਕੀ ਸੀਗੇ। ਖਬਰ ਤਾਂ ਇਹ ਹੈ ਕਿ ਖਹਿਰਾ ਸਾਹਿਬ ਨੂੰ ਅਰੈਸਟ ਕਰ ਦਿੱਤਾ ਗਿਆ। ਇਹ ਗੇਮ ਕੀ ਚੱਲ ਸਕਦੀ ਹੈ? ਕਿਉਂ ਇਦਾਂ ਦਾ ਕੁਝ ਹੋ ਰਿਹਾ ਕਿ ਅਮਰਿੰਦਰ ਸਿੰਘ ਦੇ ਖਾਸਮ ਖਾਸ ਨੂੰ ਅਰੈਸਟ ਕੀਤਾ ਜਾਵੇ? ਸੁਖਪਾਲ ਸਿੰਘ ਖਹਿਰਾ ਇੱਕ ਧੜੱਲੇਦਾਰ ਆਗੂ ਹੈ,
ਗੱਲ ਕਹਿਣ ਦੇ ਵਿੱਚ ਬੜਾ ਵਜਨ ਰੱਖਦੇ ਆ ਜਿਹੜੇ ਪੈਸੇ ਆ ਇਹਦੇ ਬਾਰੇ ਉਹ ਕੱਲ ਹੀ ਜਦੋਂ ਮੀਡੀਆ ਦੇ ਸਾਹਮਣੇ ਹੋਇਆ ਉਹਨੇ ਕਿਹਾ ਕਿ ਪੈਸਿਆਂ ਬਾਰੇ ਜਾ ਕੇ ਅਰਵਿੰਦ ਕੇਜਰੀਵਾਲ ਨੂੰ ਪੁੱਛੋ। ਜਿਹੜੀ ਤੁਸੀਂ NDPS ਦੀ ਗੱਲ ਕਰਦੇ ਹੋ ਉਹਦੇ ਵਿੱਚ ਉਹਨੂੰ ਸੁਪਰੀਮ ਕੋਰਟ ਨੇ ਸਟੇ ਦਿੱਤੀ ਵੀ ਹੈ ਜੀ। ਸੋ ਉਹ ਕਹਿੰਦਾ ਵੀ ਮੇਰਾ ਇਹਦੇ ਨਾਲ ਕੋਈ ਤਾਲੁਕਾਤ ਨਹੀਂ ਹੈਗਾ, ਉਹਨਾਂ ਦਾ ਤਾਂ ਚਲਾਨ ਪੇਸ਼ ਹੋ ਗਿਆ, ਮੇਰਾ ਨਾਂ ਤੇ ਵੀ ਨਹੀਂ ਉੱਥੇ ਕਿਤੇ। ਪਰ ਤੁਹਾਨੂੰ ਪਤਾ ਹੈ ਕਿ ਜਦੋਂ ਜਾਰੀ ਲੱਗੀ ਤੋਂ ਲਵਾ ਲਏ, ਤੱਕ ਤੇ ਟੁੱਟੀ ਤੋਂ ਚੁਗਾਟ ਪੱਟ ਲਈ, ਤਾਂ ਕੇਂਦਰ ਵਾਲਿਆਂ ਨੂੰ ਇਹ ਹੁਣ ਵਿਭਾਗ ਨਹੀਂ ਰਹਿ ਗਏ, ਇਹ ਕੇਂਦਰ ਸਰਕਾਰ ਦੇ ਇਹ ਮਹਿਕਮੇ ਤੋਤੇ ਬਣ ਕੇ ਰਹਿ ਗਏ ਨੇ, ਪਿੰਜਰੇ ਦੇ ਤੋਤੇ। ਖਬਰ ਤੋੜ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਹੈ ਜੀ। ਅੱਜ ਸਰਦਾਰ ਜਸਪਾਲ ਸਿੰਘ ਢਿੱਲੋਂ ਹੋਣਾ ਨਾਲ ਗੱਲਬਾਤ ਕਰਨ ਦਾ ਜਦੋਂ ਮੌਕਾ ਮਿਲਿਆ ਤਾਂ ਵੱਡੀਆਂ ਖਬਰਾਂ ਪੰਜਾਬ ਦੀਆਂ ਸਾਹਮਣੇ ਆ ਰਹੀਆਂ ਨੇ, ਕਿਉਂਕਿ ਮੌਸਮ ਬਦਲ ਰਿਹਾ ਹੈ, ਫਿਜ਼ਾ ਦੇ ਵਿੱਚ ਪ੍ਰਦੂਸ਼ਣ ਬਹੁਤ ਜ਼ਿਆਦਾ ਆ ਤੇ ਕੇਂਦਰ ਦੇ ਵਿੱਚ ਬੈਠੀ ਸਰਕਾਰ ਨੂੰ ਤੇ ਦਿੱਲੀ ਸਰਕਾਰ ਨੂੰ ਫਟਕਾਰ ਲਈ ਹੈ ਸੁਪਰੀਮ ਕੋਰਟ ਆਫ ਇੰਡੀਆ, ਸਭ ਤੋਂ ਵੱਡੀ ਅਦਾਲਤ ਭਾਰਤ ਦੀ। ਉਹਨਾਂ ਨੇ ਇੱਕ ਫਟਕਾਰ ਲਾਈ ਹੈ। ਸਭ ਤੋਂ ਪਹਿਲਾਂ ਉਹ ਖਬਰ ਲਵਾਂਗੇ ਕਿ ਪ੍ਰਦੂਸ਼ਣ ਨੂੰ ਲੈ ਕੇ ਪੰਜਾਬੀਆਂ ਨੂੰ, ਕਿਸਾਨਾਂ ਨੂੰ ਜਿੱਥੇ ਬਦਨਾਮ ਕੀਤਾ ਜਾਂਦਾ ਸੀ ਉਸ ਬਾਰੇ ਕੀ ਗੱਲ ਹੋਈ ਹੈ। ਉਸ ਤੋਂ ਬਾਅਦ ਹੋਰ ਵੀ ਰਾਜਨੀਤਿਕ ਖਬਰਾਂ ਲਵਾਂਗੇ। ਨਵਜੋਤ ਸਿੱਧੂ ਦੀ ਕੀ ਹਲਚਲ ਰਹੀ ਹੈ ਪੂਰੇ ਪੰਜਾਬ ਦੇ ਵਿੱਚ, CM ਚੰਨੀ ਨੇ ਕੀ ਕੁਝ ਕੀਤਾ ਇਸ ਹਫ਼ਤੇ ਦੇ ਵਿੱਚ ਤੇ ਅਕਾਲੀ ਦਲ ਨੂੰ ਗ੍ਰਿਫਤਾਰੀ ਦਾ ਡਰ ਕਿਉਂ ਸਤਾਉਣ ਲੱਗਿਆ। ਇਹ ਸਾਰੀਆਂ ਚੀਜ਼ਾਂ ਦੇ ਉੱਤੇ ਗੱਲਬਾਤ ਕਰਨ ਲਈ ਸਰਦਾਰ ਜਸਪਾਲ ਸਿੰਘ ਢਿੱਲੋਂ ਜੀ ਦਾ ਸਵਾਗਤ ਕਰਦੇ ਹਾਂ। ਸ਼ੁਕਰੀਆ ਜੀ, ਬਹੁਤ ਬਹੁਤ ਮਿਹਰਬਾਨੀ ਅਰਵਿੰਦਰ ਜੀ। ਢਿੱਲੋਂ ਸਾਹਿਬ, ਪਹਿਲਾਂ ਸੁਪਰੀਮ ਕੋਰਟ ਦਾ ਜਿਹੜਾ ਮਸਲਾ ਪ੍ਰਦੂਸ਼ਣ ਦਾ ਸੀ, ਕਿਹਨੇ ਸ਼ਿਕਾਇਤ ਕੀਤੀ ਸੀ, ਕਿਉਂ ਫਟਕਾਰ ਲਈ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ? ਸੁਪਰੀਮ ਕੋਰਟ ਨੇ ਇਹ ਨੋਟਿਸ ਆਪਣੇ ਆਪ ਲਿਆ। ਇੱਕ ਕੁਝ ਪਟੀਸ਼ਨਾਂ ਗਈਆਂ ਸੀ ਜਿਹਦੇ ਵਿੱਚ ਕਿਸਾਨੀ ਦੀ ਪਰਾਲੀ ਬਾਰੇ ਮੁੱਦਾ ਚੱਕਿਆ ਗਿਆ ਸੀਗਾ। ਇਹ ਸਰਕਾਰਾਂ ਵਾਲੇ ਕਿਸਾਨਾਂ ਤੇ ਸਾਰਾ ਕੁਝ ਪਾ ਕੇ ਛੱਡ ਦਿੰਦੇ ਸੀ, ਅੱਜ ਉਹਨੂੰ ਬੜਾ ਗੰਭੀਰਤਾ ਦੇ ਨਾਲ ਲਿਆ। ਅੰਕੜਾ ਜਦੋਂ ਦਿੱਲੀ ਦਾ 447 ਹੈ, ਪੰਜਾਬ ਦੇ ਸਿਰਫ 2 ਸ਼ਹਿਰ ਨੇ ਮੁਕਤਸਰ ਤੇ ਬਰਨਾਲਾ ਜਿੱਥੇ 466 ਹੈ, ਬਾਕੀ ਸਾਰਾ ਜਿਹੜਾ ਹੈਗਾ 300 ਤੋਂ ਹੇਠ ਹੈ। ਇਹ ਤਾਂ ਨਹੀਂ ਹੈ ਕਿ ਪੰਜਾਬ ਦੇ ਵਿੱਚ ਉਹ ਅੰਕੜਾ ਜਿਹੜਾ ਹੈਗਾ ਪ੍ਰਦੂਸ਼ਣ ਤੋਂ ਥੱਲੇ ਆ ਗਿਆ, ਨਹੀਂ, ਪੂਅਰ ਜਿਹੜਾ ਅੰਕੜਾ ਹੈਗਾ ਉਹਦੇ ਵਿੱਚੋਂ ਕਿਹਾ ਹੈ ਹਰਿਆਣੇ ਦੇ ਅੱਧੇ ਤੋਂ ਵੱਧ 1 ਦਰਜਨ ਦੇ ਲਗਭਗ ਸ਼ਹਿਰਾਂ ਦਾ ਅੰਕੜਾ ਪੰਜਾਬ ਤੋਂ ਕਿਤੇ ਵੱਧ ਹੈ। ਤਾਂ ਬਦਨਾਮ ਪੰਜਾਬ ਤੇ ਹਰਿਆਣਾ ਨੂੰ ਕੀਤਾ ਜਾਂਦਾ ਹੈ। ਕੀ ਪੰਜਾਬ ਦਾ ਜਿਹੜਾ ਪ੍ਰਦੂਸ਼ਣ ਹੈ ਉਹ ਰਾਕਟਾਂ ਤੇ ਜਾਂ ਜਹਾਜ਼ਾਂ ਤੇ ਬਹਿ ਕੇ ਉੱਥੇ ਜਾਂਦਾ ਹੈਗਾ, ਵਿਚਾਲਿਓਂ ਹਰਿਆਣੇ ਨੂੰ ਛੱਡ ਦਿੰਦਾ ਹੈਗਾ? ਸੋ ਸਾਡੇ ਚੀਫ ਜਸਟਿਸ ਸਾਹਿਬ ਜਿਹੜੇ ਵੀਰ ਮੰਨਾ ਨੇ, ਉਹਨਾਂ ਨੇ ਜਿਹੜੇ ਸਾਡੇ ਸੋਲਿਸਿਟਰ ਜਨਰਲ ਸਾਹਿਬ ਸੀ ਉਹਨਾਂ ਨੂੰ ਚੁੱਪ ਕਰਾਤਾ ਇੱਕ ਕਿਸਮ ਦੇ ਨਾਲ। ਕਹਿੰਦਾ ਹੁਣ ਤੁਸੀਂ ਇਹ ਕਹਿੰਦੇ ਹੋ ਕਿ ਅਸੀਂ ਇਹ ਕਹਿ ਦਈਏ ਕਿ ਘਰਾਂ ਦੇ ਕਮਰਿਆਂ 'ਚ ਬੈਠ ਕੇ ਵੀ ਤੁਸੀਂ ਮਾਸਕ ਲਾ ਕੇ ਬੈਠੋ, ਜੇ ਲੋੜ ਪਵੇ 2 ਦਿਨ ਦਾ ਲਾਕਡਾਊਨ ਲਾਓ। ਕੱਲਾ ਕਿਸਾਨਾਂ ਦੇ ਉੱਤੇ ਭਾਂਡਾ ਭੰਨਣਾ ਇਹ ਬਿਲਕੁਲ ਗਲਤ ਆ। ਕਿਸਾਨਾਂ ਦਾ ਅੰਦੋਲਨ ਤਾਂ ਵਕਤੀ ਪ੍ਰਦੂਸ਼ਣ ਹੈ, ਕਿਸਾਨਾਂ ਦਾ ਜਿਹੜਾ ਪ੍ਰਦੂਸ਼ਣ ਹੈ, ਕਿਉਂਕਿ 15 ਅਕਤੂਬਰ ਤੋਂ ਆਮ ਤੌਰ ਤੇ ਤਾਂ 1 ਅਕਤੂਬਰ ਮੰਨਿਆ ਗਿਆ, ਐਕਤੀ ਬਰਸਾਤਾਂ ਪੈ ਗਈਆਂ, 10 ਅਕਤੂਬਰ ਤੋਂ ਜ਼ੋਰ ਪਿਆ ਤੇ 15 ਨਵੰਬਰ ਤੱਕ ਕਿਸਾਨਾਂ ਦਾ ਜਿਹੜਾ ਹੈ ਬੀਜ ਬਿਜਾਈ ਦਾ ਕੰਮ ਨਿਬੜ ਜਾਂਦਾ, ਅੱਗਾਂ ਦਾ ਕੰਮ ਨਿਬੜ ਜਾਂਦਾ ਹੈ। ਭਾਵੇਂ ਪਿਛਲੇ ਸਾਲ ਨਾਲੋਂ ਅਜੇ ਤੱਕ ਅੱਗਾਂ ਦਾ ਅੰਕੜਾ ਜਿਹੜਾ ਹੈਗਾ ਉਹ ਲਗਭਗ 25,000 ਦਾ ਘੱਟ ਹੈ, ਪਰ ਅਜੇ ਜਾਰੀ ਹੈ। ਇਹਨੂੰ ਅੰਤਮ ਫੈਸਲਾ ਨਹੀਂ ਮੰਨਿਆ ਜਾ ਸਕਦਾ ਜਾਂ ਅੰਤਮ ਅੰਕੜਾ ਨਹੀਂ ਮੰਨਿਆ ਜਾ ਸਕਦਾ। ਤਾਂ ਸੂਰਿਆਕਾਂਤ ਸਾਹਿਬ ਜਸਟਿਸ ਤੇ ਜਿਹੜੇ NV ਰਮੰਨਾ ਨੇ ਸਾਡੇ ਮੁੱਖ ਜੱਜ ਸਾਹਿਬ, ਉਹਨਾਂ ਨੇ ਜੋ ਫਟਕਾਰ ਲਾਈ ਹੈ, ਉਹ ਕਹਿੰਦੇ ਵੀ ਹਰ ਵਾਰ ਤੁਸੀਂ ਕਹਿੰਦੇ ਹੋ ਤੁਸੀਂ ਮਸ਼ੀਨਾਂ ਕਿਉਂ ਨਹੀਂ ਦਿੰਦੇ ਇਹਨਾਂ ਕਿਸਾਨਾਂ ਨੂੰ, ਕਿਸਾਨਾਂ ਦੇ ਨਾਲ ਬੈਠ ਕੇ ਗੱਲ ਕਰੋ। ਮੈਂ ਫੇਰ ਆਪਦੀ ਗੱਲ ਨੂੰ ਦੁਹਰਾਵਾਂ ਕਿ ਕੇਂਦਰ ਸਰਕਾਰ ਨੇ ਪੰਜਾਬ ਨੂੰ ਸਤੰਬਰ ਦੇ ਮਹੀਨੇ ਦੇ ਵਿੱਚ ਪਰਾਲੀ ਦੀਆਂ ਮਸ਼ੀਨਾਂ ਵਾਸਤੇ 326 ਕਰੋੜ ਰੁਪਇਆ ਜਾਰੀ ਕੀਤਾ। ਪਹਿਲੀ ਗੱਲ ਤਾਂ ਕਾਗਜ਼ੀ ਪੱਤਰੀ ਆਉਂਦਿਆਂ ਨੂੰ ਟਾਈਮ ਲੱਗ ਜਾਂਦਾ ਹੈ, ਤਾਂ 1 ਅਕਤੂਬਰ ਤੋਂ ਪੰਜਾਬ ਦੇ ਵਿੱਚ ਝੋਨੇ ਦੀ ਜਿਹੜੀ ਹੈ ਕਟਾਈ ਉਹ ਸ਼ੁਰੂ ਹੋ ਜਾਂਦੀ ਹੈ। ਸਤੰਬਰ ਦੇ ਆਖਰ ਦੇ ਵਿੱਚ ਇਹਨਾਂ ਨੇ ਪੈਸਾ ਭੇਜਿਆ, ਟੈਂਡਰ ਹੋਣਗੇ, ਮਸ਼ੀਨਾਂ ਆਉਣਗੀਆਂ। ਮੈਨੂੰ ਅਜੇ ਵੀ ਪਤਾ ਲੱਗਿਆ ਕਿ ਬਹੁਤ ਸਾਰੇ ਥਾਵਾਂ ਤੇ ਮਸ਼ੀਨਾਂ ਦੀ ਅਜੇ ਜਿਹੜੀ ਪਰਸਨਲ ਵੈਰੀਫਿਕੇਸ਼ਨ ਹੋਣੀ ਸੀ, ਵਿਅਕਤੀਗਤ ਤਸਦੀਕ ਹੋਣੀ ਸੀ, ਉਹ ਨਹੀਂ ਹੋਈ। ਜੇ ਪੰਜਾਬ ਸਰਕਾਰ, ਕੇਂਦਰ ਸਰਕਾਰ, ਦਿੱਲੀ ਸਰਕਾਰ, ਹਰਿਆਣਾ ਸਰਕਾਰ ਸੱਚਮੁੱਚ ਚਾਹੁੰਦੀ ਹੈ ਕਿ 2022 ਦੇ ਵਿੱਚ ਅਸੀਂ ਪ੍ਰਦੂਸ਼ਣ ਮੁਕਤ ਕਰਨਾ ਹੈ ਉੱਤਰੀ ਜ਼ੋਨ ਨੂੰ, ਤਾਂ ਜਿਹੜਾ 326 ਕਰੋੜ ਤੁਸੀਂ ਉਦੋਂ ਜਾਰੀ ਕੀਤਾ ਨਾ, ਇਹ ਅੱਜ ਜਾਰੀ ਕਰੋ ਤਾਂ ਕਿ ਉਦੋਂ ਤੱਕ ਮਸ਼ੀਨਾਂ ਵੀ ਬਣ ਜਾਣ। ਔਰ ਉਹ ਮਸ਼ੀਨਾਂ
ਵਿਅਕਤੀਗਤ ਦੇਣ ਦੀ ਥਾਂ ਤੇ ਉੱਤੇ ਸੁਸਾਇਟੀਆਂ ਨੂੰ ਦਿੱਤੀਆਂ ਜਾਣ, ਜਿਹਦੇ 'ਚ 80% ਸਬਸਿਡੀ ਮਿਲਦੀ ਹੈ। ਉਹ ਸੁਸਾਇਟੀ ਦੇ ਵਿੱਚ ਹੀ ਟਰੈਕਟਰ ਹੋਣ, ਛੋਟੇ ਕਿਸਾਨ ਦੇ ਵੱਸ ਦਾ ਰੋਗ ਨਹੀਂ। ਸੋ ਮਾਨਯੋਗ ਅਦਾਲਤ ਨੇ ਜਿਵੇਂ ਅੱਜ ਇਹਨਾਂ ਨੂੰ ਫਟਕਾਰ ਲਾਈ ਹੈ, ਉਹਦੇ ਵਿੱਚ ਗ੍ਰੀਨ ਟ੍ਰਿਬਿਊਨਲ ਵੀ ਖਿੱਚਿਆ ਕਿ ਤੁਸੀਂ ਸਿਰਫ ਨਾਂ ਦੀ ਟ੍ਰਿਬਿਊਨਲ ਬਣ ਕੇ ਬੈਠੇ ਹੋ, ਤੁਸੀਂ ਹੁਣ ਤੱਕ ਦੱਸੋ ਕੀਤਾ ਕੀ ਹੈ ਤੇ ਤੁਹਾਡਾ ਅਸਰ ਕੀ ਹੋਇਆ। ਜੇ ਦੀਵਾਲੀ ਵੇਲੇ ਦਿੱਲੀ ਦਾ ਪ੍ਰਦੂਸ਼ਣ ਦਾ ਅੰਕੜਾ 700 ਤੋਂ ਵੱਧ ਜਾਂਦਾ ਹੈ, ਜਦ ਕਿ ਹੁਣ ਤੱਕ ਸਿਰਫ 500 ਤੱਕ ਸੀ। 700 ਦੇ ਅੰਕੜੇ ਦਾ ਮਤਲਬ ਹੈ ਇਹ ਗੰਭੀਰ ਸ਼੍ਰੇਣੀ ਦੇ ਵਿੱਚ ਜਾਣਾ ਤਾਂ ਉਹ ਸਾਡੇ ਵਾਸਤੇ ਬਹੁਤ ਮਾੜਾ ਹੈ। ਇਸ ਕਰਕੇ ਇਹਦੇ ਤੇ ਜਿਹੜਾ ਸਰਕਾਰਾਂ ਨੂੰ ਕੋਈ ਠੋਸ ਹੱਲ ਕੱਢ ਕੇ ਅੱਜ ਤੋਂ ਕੰਮ ਸ਼ੁਰੂ ਕਰੋ ਤਾਂ ਕਿ 2022 ਦੇ ਵਿੱਚ ਅਸੀਂ ਆਪਣੇ ਆਪ ਨੂੰ ਪ੍ਰਦੂਸ਼ਣ ਮੁਕਤ ਕਰ ਲਈਏ। ਨਾਲ ਹੀ ਇੱਕ ਟਿੱਪਣੀ ਮਾਣਯੋਗ ਅਦਾਲਤ ਨੇ ਕੀਤੀ ਹੈ ਕਿ ਜਿਹੜੇ ਵਾਹਨ ਤੇ ਜਿਹੜੀਆਂ ਬਿਲਡਿੰਗਾਂ ਬਣ ਰਹੀਆਂ ਨੇ, ਜਿਹੜਾ ਉਹਦਾ ਹਵਾ 'ਚ ਰਲਦਾ ਉਹ ਵੱਖਰਾ ਹੈ। ਪੰਜਾਬ ਦੇ ਵਿੱਚ ਰਵਿੰਦਰ ਜੀ ਮੈਂ ਤੁਹਾਨੂੰ ਕਹਿ ਦਿਆਂ ਕਿ 1967 ਵੇਲੇ ਦੇ ਟਰੱਕ ਅੱਜ ਵੀ ਆ ਗੱਲਾਂ ਢੋ ਰਹੇ ਨੇ। ਦਿੱਲੀ ਤੋਂ ਜਿੰਨੇ 3 ਪਹੀਆ ਵਾਹਨ ਕੱਢੇ ਸੀ ਉਹ ਸਾਰੇ ਇੱਥੇ ਮਿੱਟੀ ਦੇ ਤੇਲ ਤੇ ਜਾਂ ਡੀਜ਼ਲ ਤੇ ਬਣਾ ਮੂੰਹੀ ਪ੍ਰਦੂਸ਼ਣ ਅਰਾਊਂਡ ਦਾ ਕਲੌਕ ਫੈਲਾਉਂਦੇ ਫਿਰਦੇ ਨੇ। ਉੱਥੇ ਕਿਸਾਨ ਕਿੱਥੇ ਆ ਗਏ ਜੀ? ਬਿਲਕੁਲ, ਉਹਦੇ ਵਿੱਚ ਟਰਾਂਸਪੋਰਟ ਮੰਤਰੀ ਸਾਹਿਬ ਨੂੰ ਹੁਣ ਇੱਧਰ ਵੀ ਧਿਆਨ ਦੇਣਾ ਚਾਹੀਦਾ ਹੈ ਕਿ ਪੋਲਿਊਸ਼ਨ ਦੇ ਵਿੱਚ ਉਹਨਾਂ ਦਾ ਟਰਾਂਸਪੋਰਟ ਦੇ ਨਿਯਮ ਉਹਨਾਂ ਨੂੰ ਪੂਰਾ ਇਹਤਿਆਤ ਦੇ ਨਾਲ ਵਰਤਣ ਕਿ ਪ੍ਰਦੂਸ਼ਣ ਘੱਟ ਫੈਲੇ। ਜਿਹੜੇ ਆਟੋ ਚੱਲਦੇ ਨੇ ਜਾਂ ਹੋਰ ਚੀਜ਼ਾਂ ਜਿਹੜੀਆਂ ਢਿੱਲੋਂ ਸਾਹਿਬ ਨੇ ਕਹੀਆਂ ਕਿ ਮਿੱਟੀ ਦੇ ਤੇਲ ਤੇ ਜਾਂ ਹੋਰ ਫਿਊਲ ਦੇ ਉੱਤੇ ਚੱਲਦੇ ਨੇ ਜਿਹੜੇ ਪ੍ਰਦੂਸ਼ਣ ਫੈਲਾਉਂਦੇ ਨੇ, ਉਹਨਾਂ ਨੂੰ ਵੀ ਸੜਕਾਂ ਤੋਂ ਉਤਾਰਨਾ ਚਾਹੀਦਾ ਹੈ। ਇਕੱਲਾ ਬੱਸਾਂ ਦੇ ਮਗਰ ਤਾਂ ਅਸੀਂ ਪਏ ਹਾਂ, ਦੂਜੀਆਂ ਚੀਜ਼ਾਂ ਵੱਲ ਵੀ ਧਿਆਨ ਦੇ ਲਈਏ ਤਾਂ ਕਿ ਵਾਤਾਵਰਨ ਨੂੰ, ਕੁਦਰਤ ਨੂੰ ਵੀ ਅਸੀਂ ਕੁਛ ਮੋੜ ਸਕੀਏ। ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਲਖੀਮਪੁਰ ਖੇੜੀ ਮਾਮਲੇ ਦੇ ਵਿੱਚ ਵੀ ਯੂਪੀ ਸਰਕਾਰ ਨੂੰ ਚੰਗੀ ਫਟਕਾਰ ਲਾਈ ਹੈ। ਕਹਿੰਦੇ ਵੀ ਗੈਰ ਜ਼ਿੰਮੇਵਾਰਾਨਾ ਜਾਂਚ ਹੋ ਰਹੀ ਹੈ, ਬਹੁਤੀ ਗੰਭੀਰਤਾ ਨਾਲ ਨਹੀਂ ਹੋ ਰਹੀ। ਇਹ ਵੀ ਆਪਣੇ ਆਪ ਦੇ ਵਿੱਚ ਇੱਕ ਅਹਿਮ ਹੈ। ਇਹ ਵੀ ਮੁੱਖ ਜੱਜ ਸਾਹਿਬ ਕੋਲ ਹੈ ਤੇ ਸੂਰਿਆਕਾਂਤ ਜੀ ਕੋਲ ਹੈ। ਉਹ ਕਹਿੰਦੇ ਕਿ ਤੁਸੀਂ ਪਹਿਲਾਂ ਫੋਨ ਚੱਕ ਲਿਆ, ਉੱਥੇ ਚਸ਼ਮਦੀਦ ਗਵਾਹ ਸੈਂਕੜਿਆਂ ਹਜ਼ਾਰਾਂ ਦੇ ਵਿੱਚ ਸੀ ਤੇ ਤੁਹਾਨੂੰ ਲੱਭੇ ਨੇ 50-60। ਉਹਨਾਂ ਵਿੱਚੋਂ 13 ਬੰਦਿਆਂ ਨੂੰ ਕਹਿੰਦੇ ਜੀ ਇੱਕ ਬੰਦੇ ਦਾ ਫੋਨ ਆ ਗਿਆ, ਬਾਕੀਆਂ ਕੋਈ ਫੋਨ ਹੀ ਨਹੀਂ ਸੀ। ਰਵਿੰਦਰ ਜੀ, ਅੱਜ ਦੇ ਜ਼ਮਾਨੇ ਦੇ ਵਿੱਚ ਮੇਰਾ ਖਿਆਲ ਹੈ ਵੀ ਹਰੇਕ ਬੰਦਾ 3-3 ਫੋਨ ਚੱਕੀ ਫਿਰਦਾ, ਇੱਕ ਤਾਂ ਹਰੇਕ ਕੋਲੇ ਹੈ। ਇਹ ਝੂਠ ਬੋਲਿਆ ਕਿਹਨੇ? ਹਰੀਸ਼ ਸਾਲਵੇ ਸਾਹਿਬ ਨੇ। ਫਿਰ ਉਹਨਾਂ ਨੇ ਕਿਹਾ ਕਿ ਜਿਹੜਾ ਤੁਸੀਂ ਜੱਜ ਨਿਯੁਕਤ ਕੀਤਾ ਲਖਨਊ ਦਾ ਹਾਈ ਕੋਰਟ ਦਾ ਸੇਵਾ ਮੁਕਤ ਜੱਜ, ਉਹ ਤੇ ਸਾਡੀ ਤਸੱਲੀ ਨਹੀਂ ਕਿ ਉਹ ਕੋਈ ਜਿਹੜੀ ਤਫਤੀਸ਼ ਹੈ, ਜਾਂਚ ਹੈ, ਉਹ ਤਸੱਲੀ ਬਖਸ਼ ਕਰੇਗਾ। ਉਹਨਾਂ ਨੇ ਸੋਮਵਾਰ ਤੱਕ ਦਾ ਸਮਾਂ ਦਿੱਤਾ ਮਾਨਯੋਗ ਅਦਾਲਤ ਨੇ। ਮੰਗਿਆ ਸਮਾਂ ਹਰੀਸ਼ ਸਾਲਵੇ ਸਾਹਿਬ ਨੇ ਕਿ ਸਾਨੂੰ ਵੱਧ ਤੋਂ ਵੱਧ ਸੋਮਵਾਰ ਤੱਕ ਦਾ ਟਾਈਮ ਦੇ ਦਿਓ। ਲੈ ਲਓ ਜੀ। ਉਹਨਾਂ ਨੇ 2 ਨਾਂ ਦਿੱਤੇ ਨੇ ਪੰਜਾਬ ਤੇ ਹਰਿਆਣਾ ਉੱਚ ਅਦਾਲਤ ਦੇ ਸੇਵਾ ਮੁਕਤ ਜੱਜ ਸਾਹਿਬਾਨ, ਜਿਨ੍ਹਾਂ 'ਚੋਂ ਇੱਕ ਜਸਟਿਸ ਰਣਜੀਤ ਸਿੰਘ ਤੇ ਦੂਸਰੇ ਜਸਟਿਸ ਰਕੇਸ਼ ਕੁਮਾਰ। ਜਸਟਿਸ ਰਣਜੀਤ ਸਿੰਘ ਉਹ ਸ਼ਖਸੀਅਤ ਨੇ ਜਿਨ੍ਹਾਂ ਨੇ ਬੇਅਦਬੀ ਮਾਮਲਿਆਂ ਦੇ ਵਿੱਚ ਜਾਂਚ ਕੀਤੀ ਸੀ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ 2017 ਦੇ ਵਿੱਚ ਉਹਨਾਂ ਨੂੰ ਨਿਯੁਕਤ ਕੀਤਾ ਸੀ। ਉਹਨਾਂ ਨੇ ਰਿਪੋਰਟ ਦੇਤੀ। ਇਹ ਵੱਖਰੀ ਗੱਲ ਹੈ ਕਿ ਸਰਕਾਰ ਨੇ ਉਹ ਘੱਟੇ ਕੌਡਿਆਂ ਦੇ ਵਿੱਚ ਰੋਲਤੀ, ਅਜੇ ਵੀ ਜਾਂਚਾਂ 'ਚ ਤੁਰੀ ਫਿਰਦੀ ਹੈ। ਮਾਣਯੋਗ ਅਦਾਲਤ ਦਾ ਇਹ ਕਹਿਣਾ ਤਾਂ ਇਹ ਜਿਹੜੀ ਯੂਪੀ ਦੀ ਸਰਕਾਰ ਹੈ ਤੇ ਜਿੱਥੇ ਉਹ ਮੰਤਰੀ ਹੈ ਅਜੇ ਮਿਸ਼ਰਾ ਕੇਂਦਰ ਦੇ ਵਿੱਚ, ਇਹ ਕੇਂਦਰ ਸਰਕਾਰ ਦੇ ਮੁੱਖ ਤੇ ਵੀ ਫਟਕਾਰ ਹੈ ਕਿ ਤੁਸੀਂ ਇਹ ਜਾਂਚ ਨੂੰ ਸਹੀ ਦਿਸ਼ਾ ਵਿੱਚ ਨਹੀਂ ਲਿਜਾ ਰਹੇ। ਇਹਨੂੰ ਸਹੀ ਦਿਸ਼ਾ ਵਿੱਚ ਜੇ ਲਿਜਾਣਾ ਹੈ ਤਾਂ ਇਹਨਾਂ ਦੋਨਾਂ ਜੱਜਾਂ ਦੇ ਵਿੱਚੋਂ ਕਿਸੇ ਇੱਕ ਨੂੰ ਨਿਯੁਕਤ ਕਰੋ, ਜਿਹੜਾ ਕਮਿਸ਼ਨ ਸਮਾਂਬੱਧ ਰਹਿ ਕੇ ਇਹਦੇ ਤੇ। ਇੱਕ ਹੋਰ ਟਿੱਪਣੀ ਕੀਤੀ ਹੈ ਬਹੁਤ ਸਖਤ ਕਿ ਇਸ ਤਰ੍ਹਾਂ ਦੀ ਸਥਿਤੀ ਪੈਦਾ ਕਰੋ ਲਖੀਮਪੁਰ ਮਾਮਲੇ 'ਚ ਕਿ ਉਹਦੀ ਜਿਹੜੀ ਸੁਣਵਾਈ ਹੈ ਉਹ ਡੇ ਟੂ ਡੇ ਹੋਵੇ, ਰੋਜ਼ਾਨਾ ਚੱਲੇ ਤੇ ਸਮਾਂਬੱਧ ਰਹਿ ਕੇ ਇਸ ਦਾ ਫੈਸਲਾ ਸੁਣਾਇਆ ਜਾ ਸਕੇ। ਮਾਣਯੋਗ ਅਦਾਲਤਾਂ ਇਸ ਤਰੀਕੇ ਨਾਲ ਸਖਤ ਟਿੱਪਣੀਆਂ ਦੇ ਰਹੀਆਂ ਨੇ, ਪਰ ਇਹ ਸਾਡੇ ਰਾਜਸੀ ਲੋਕਾਂ ਦੀ ਮੋਟੀ ਚਮੜੀ ਇਹਨਾਂ ਤੇ ਅਸਰ ਹੀ ਕੋਈ ਨਹੀਂ ਹੁੰਦਾ ਹੈਗਾ। ਇਹ ਚੁੱਪ ਕਰਕੇ ਜਿਹੜਾ ਸਭ ਤੋਂ ਵੱਡਾ ਵਕੀਲ ਹੈ, ਕੀ ਕਰਾਉਣਾ ਪੈਸੇ ਤੋਂ, ਹਰ ਰੋਜ਼ ਉਹਨੂੰ ਝਾੜ ਪੈਂਦੀ ਆ ਉੱਥੇ ਗਏ ਨੂੰ ਸੁਪਰੀਮ ਕੋਰਟ ਦੇ ਵਿੱਚ। ਜੇ 50 ਲੱਖ ਵਾਲਾ ਵਕੀਲ ਹੈ ਉੱਥੇ ਨੀਵੇਂ ਪਾ ਕੇ ਸਿੰਘ ਟੇਢੇ ਜੇ ਕਰਕੇ ਖੜ ਜਾਂਦਾ ਹੈ ਤੇ ਮਾਨਯੋਗ ਅਦਾਲਤ ਤੋਂ ਝਾੜਾਂ ਖਾ ਕੇ ਯੂਪੀ ਵਾਲੇ ਪਾਸੇ ਨੂੰ ਮੁੜਿਆ ਹੁੰਦਾ ਹੈਗਾ। ਜੀ ਢਿੱਲੋਂ ਸਾਹਿਬ, ਇੱਕ ਚੀਜ਼ ਹੋਰ ਬੜੀ ਅੱਜ ਕੱਲ੍ਹ ਦੇਖਣ ਵਾਲੀ ਹੈ, ਪੋਲੀਟੀਕਲ ਗਲਿਆਰੇ ਦੇ ਵਿੱਚ ਚਰਚਾ ਹੋਣ ਲੱਗ ਗਈ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋਣੀ ਕਿਸੇ ਵਿਰੋਧੀ ਪਾਰਟੀ ਕੋਲੇ ਕਿਸੇ ਤਰ੍ਹਾਂ ਦਾ ਵੀ ਮੁੱਦਾ ਨਹੀਂ ਛੱਡ ਰਹੇ। ਜੇ ਕੋਈ ਪੋਲੀਟੀਕਲ ਪਾਰਟੀ ਮੂੰਹੋਂ ਆਵਾਜ਼ ਕੱਢਦੀ ਹੈ ਕਿ ਭਾਈ ਇੰਨੇ ਚੀਜ਼ ਦੀ ਆਹ ਕਰ ਲਓ, ਇੰਨਾ ਸੈਸ਼ਨ ਦੇ ਦਿਓ,
ਇੰਨੇ ਬਿਜਲੀ ਦੀਆਂ ਦਰਾਂ ਘਟਾ ਦਿਓ, ਤਾਂ ਚੰਨੀ ਸਾਹਿਬ ਉਹ ਕਰ ਦਿੰਦੇ ਨੇ ਤੇ ਮੁੱਦਾ ਹੀ ਖਤਮ ਕਰ ਦਿੰਦੇ ਨੇ। ਇਸੇ ਤਰ੍ਹਾਂ ਨਾਲ ਹੀ ਕੱਲ ਇੱਕ ਫੈਸਲਾ ਲਿਆ ਗਿਆ ਕਿ ਲਾਲ ਕਿਲੇ ਦੇ ਵਿੱਚ ਜਿਹੜੇ ਵਿਅਕਤੀ ਜ਼ਖਮੀ ਹੋਏ ਸੀਗੇ ਉਹਨਾਂ ਨੂੰ 2-2 ਲੱਖ ਰੁਪਇਆ ਦੇਣ ਦਾ ਐਲਾਨ ਕਰ ਦਿੱਤਾ ਵਿਧਾਨ ਸਭਾ ਦੇ ਵਿੱਚ। ਤੇ ਨਾਲ ਹੀ ਲਾਲ ਕਿਲਾ ਹਿੰਸੇ ਮਾਮਲੇ ਨੂੰ ਵਿਧਾਨ ਸਭਾ ਦੀ ਕਮੇਟੀ ਨੇ ਸਾਜ਼ਿਸ਼ ਕਰਾਰ ਦਿੱਤਾ ਹੈ ਜੀ। ਇਹ ਬਿਲਕੁਲ ਠੀਕ ਹੈ ਜੀ ਕਿ ਇਹਨੂੰ ਸਾਜ਼ਿਸ਼ ਕਰਾਰ ਦਿੱਤਾ ਹੈਗਾ। ਇਹ ਕਮੇਟੀ ਸੀਗੀ ਜਿਹੜੀ ਕੁਲਦੀਪ ਸਿੰਘ ਬੈਦ ਦੀ ਅਗਵਾਈ ਦੇ ਵਿੱਚ ਬਣਾਈ ਗਈ ਸੀ, ਜਿਹਦੇ ਵਿੱਚ ਸਰਬਜੀਤ ਕੌਰ ਮਾਨੂਕੇ, ਹਾਲਾਂਕਿ ਸਰਬਜੀਤ ਕੌਰ ਮਾਨੂਕੇ ਨੇ ਅੱਜ ਇਸ ਗੱਲ ਤੋਂ ਪੱਲਾ ਝਾੜ ਲਿਆ ਵੀ ਮੇਰੇ ਰਿਪੋਰਟ ਤੇ ਦਸਤਖਤ ਨਹੀਂ ਹੈਗੇ। ਦੂਜਾ ਇਹਦੇ 'ਚ ਹਰਿੰਦਰਪਾਲ ਸਿੰਘ ਚੰਦੂ ਮਾਜਰਾ, ਹੋਰ ਦੇ ਵਿੱਚ ਫਤਿਹ ਜੰਗ ਸਿੰਘ ਬਾਜਵਾ, ਇਹ ਜਿਹੜੇ ਨੇ ਇਸ ਦੇ ਵਿੱਚ ਮੈਂਬਰ ਸੀ। ਇਹਨਾਂ ਨੇ ਇਹਨੂੰ ਹਿੰਸਾ ਕਰਾਰ ਦੇ ਦਿੱਤਾ। ਯਾਨੀ ਕਿ ਜਿਹੜੀ 26 ਜਨਵਰੀ ਨੂੰ ਘਟਨਾ ਹੋਈ ਸੀ ਟਰੈਕਟਰ ਮਾਰਚ ਵਾਲੀ, ਜਿਹਦੇ 'ਚ ਲਾਲ ਕਿਲੇ ਤੇ ਝੰਡਾ ਚਲਾਇਆ ਗਿਆ ਸੀ ਖਾਲਸਿਆਂ ਦਾ। ਸੋ ਜਦੋਂ ਪਹਿਲਾਂ ਉਹਨਾਂ ਦੇ ਨਾਲ ਰੂਟ ਤੈਅ ਹੋ ਗਿਆ ਕਿ ਆਹ 60 ਕਿਲੋਮੀਟਰ ਦੇ ਵਿੱਚੋਂ ਟਰੈਕਟਰਾਂ ਨੇ ਲੰਘਣਾ ਹੈ, ਤਾਂ ਉਹਨਾਂ ਨੂੰ ਭਟਕਾ ਕੇ ਲਾਲ ਕਿਲੇ ਵੱਲ ਤੋਰਨਾ, ਇਹ 22 ਜਨਵਰੀ ਤੋਂ ਬਾਅਦ ਜਦੋਂ ਕਿਸਾਨਾਂ ਦੀ ਆਖਰੀ ਮੀਟਿੰਗ ਟੁੱਟ ਗਈ ਸੀ ਤਾਂ ਦਿੱਲੀ ਦੇ ਵੱਡੇ ਘਰਾਂ ਦੇ ਵਿੱਚ ਬਹਿ ਕੇ ਇੱਕ ਪਟ ਕਥਾ ਲਿਖੀ ਗਈ ਕਿ ਆਹ ਕੁਝ ਕੀਤਾ ਜਾਣਾ ਹੈ। ਜਿਹੜਾ ਲਾਲ ਕਿਲਾ ਤੁਸੀਂ ਵੀ ਦੇਖੋ, ਕੋਈ ਬੰਦਾ ਜਾਵੇ ਉੱਥੇ ਕਦੇ ਕੋਈ ਕਬੂਤਰ ਪਰ ਨਹੀਂ ਮਾਰ ਸਕਦਾ। ਉੱਥੇ ਇੰਨੀ ਸਿਕਿਉਰਿਟੀ ਲਾਈ ਹੋਈ ਹੈ ਤੇ ਉਸ ਦਿਨ ਉਹਦੇ ਦਰਵਾਜ਼ੇ ਕਿਉਂ ਖੋਲ੍ਹਤੇ ਵੀ ਤੁਸੀਂ ਅੰਦਰ ਆ ਵੜੋ ਸਾਰੇ ਜਾਣੇ ਇਕੱਠੇ ਹੋ ਕੇ। ਇਹ ਬਕਾਇਦਾ ਸਾਜ਼ਿਸ਼ ਕਰਤਾ ਸੀ। ਇਹ ਸਾਜ਼ਿਸ਼ ਵਿਧਾਨ ਸਭਾ ਕਮੇਟੀ ਦੀ ਜਿਹੜੀ ਕਮੇਟੀ ਹੈ ਉਹਨਾਂ ਨੇ ਇਹਨੂੰ ਬਿਲਕੁਲ ਜਾਇਜ਼ ਕਰਾਰ ਦੇ ਦਿੱਤਾ ਕਿ ਇਹ ਹਿੰਸਕ ਕਰਾਈ ਗਈ, ਇੱਕ ਯੋਜਨਾਬੱਧ ਤਰੀਕੇ ਦੇ ਨਾਲ ਕਰਾਈ ਗਈ। ਦੂਜਾ, ਲਗਭਗ 83 ਬੰਦੇ ਨੇ ਜੀ ਜਿਨ੍ਹਾਂ ਨੂੰ ਦਿੱਲੀ ਦੀ ਜਿਹੜੀ ਪੁਲਿਸ ਆ ਉਹ ਬਾਰ-ਬਾਰ ਸੰਮਨ ਕਰਦੀ ਹੈ, ਕਿਤੇ ਕਿਸੇ ਨੂੰ ਬੁਲਾਉਂਦੀ ਹੈ, ਕਿਤੇ ਕਿਸੇ ਨੂੰ ਬੁਲਾਉਂਦੀ ਹੈ। ਪੰਜਾਬ ਜਿੱਥੇ ਇੱਕ ਸੰਯੁਕਤ ਕਿਸਾਨ ਮੋਰਚੇ ਨੇ ਉਹਨਾਂ ਦਾ ਜਿਹੜੇ ਆਪਣੇ ਵਕੀਲ ਨੇ ਉਹਨਾਂ ਦੇ ਪੈਨਲ ਬਣਾਏ ਨੇ, ਭਾਵੇਂ ਇਹ ਤੇ ਰੌਲਾ ਪਿਆ ਕਿ ਜਿਹੜਾ ਅਰਵਿੰਦ ਕੇਜਰੀਵਾਲ ਨੇ ਵਕੀਲਾਂ ਦਾ ਪੈਨਲ ਦਿੱਤਾ ਉਹ ਇਹਨਾਂ ਦੀ ਮਦਦ ਨਹੀਂ ਕਰ ਰਿਹਾ, ਤਾਂ ਕਿਸਾਨਾਂ ਨੇ ਆਪਦਾ ਪੈਨਲ ਵੱਖਰਾ ਬਣਾਤਾ ਤੇ ਪੰਜਾਬ ਸਰਕਾਰ ਨੇ ਵੱਖਰਾ ਬਣਾਤਾ। ਕਿਸਾਨਾਂ ਦਾ ਜਿਹੜਾ ਸੰਯੁਕਤ ਕਿਸਾਨ ਮੋਰਚੇ ਦੇ ਵਕੀਲਾਂ ਦਾ ਪੈਨਲ ਹੈ ਉਹ ਬਾਕਾਇਦਾ ਤੌਰ ਤੇ ਜਾ ਕੇ ਉੱਥੇ ਇਹਨਾਂ ਦੀ ਲੜਾਈ ਲੜਦਾ ਹੈ। ਇਹਦੇ ਦੇ ਨਾਲ ਜਿਹੜੀ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਹੈ ਉਹ ਵੀ ਦਾਅਵਾ ਕਰਦੀ ਹੈ, ਮਨਜਿੰਦਰ ਸਿੰਘ ਸਿਰਸਾ ਹੋਰੀ, ਕਿ ਅਸੀਂ ਵੀ ਪੈਨਲ ਬਣਾ ਕੇ ਦਿੱਤਾ ਹੋਇਆ ਹੈਗਾ ਜਿਹੜਾ ਇਹਨਾਂ ਕੇਸਾਂ ਦੀ ਲੜਾਈ ਕਰਦਾ ਹੈ। ਸੋ ਪੰਜਾਬ ਸਰਕਾਰ ਨੇ 2-2 ਲੱਖ ਉਹਨਾਂ 83 ਬੰਦਿਆਂ ਨੂੰ ਦੇਣ ਦਾ ਐਲਾਨ ਕੀਤਾ ਕਿ ਉਹ ਜੇ ਕੋਈ ਕਾਨੂੰਨੀ ਸਹਾਇਤਾ ਆਪਣੇ ਤੌਰ ਤੇ ਲੈਣੀ ਆ ਉਹ ਲੈ ਲੈਣ, ਤੇ ਦਿੱਲੀ ਦੀਆਂ ਸੜਕਾਂ ਤਰੀਕਾਂ ਭੁਗਤਣ ਵਾਸਤੇ ਬਾਰ-ਬਾਰ ਜਾਣਾ ਪੈਂਦਾ ਹੈ। ਤਾਂ ਕਈ ਤਾਂ ਇਹੋ ਜਿਹੇ ਸੀ ਜਿਨ੍ਹਾਂ ਜਿਹੜੇ ਦਿਹਾੜੀ ਕਰਦੇ ਹੈ ਉਹ ਕਿਸਾਨ ਨੇ, ਪਰ ਸਥਿਤੀ ਉਹਨਾਂ ਦੀ ਇਹੀ ਜਿਹੀ ਹੈ ਉਹ ਪੈਸਾ ਖਰਚ ਨਹੀਂ ਸਕਦੇ। ਸੋ ਸਰਕਾਰ ਨੇ ਉਹਨਾਂ ਦੀ ਵਿੱਤੀ ਬਾਹ ਫੜੀ ਹੈ ਕਿ ਤੁਸੀਂ 2-2 ਲੱਖ ਰੁਪਇਆ ਅਸੀਂ ਤੁਹਾਨੂੰ ਦਿੰਦੇ ਆ, ਲੋੜ ਪਈ ਤਾਂ ਹੋਰ ਵੀ ਦੇ ਦਿਆਂਗੇ। ਇਹ ਕਿਸੇ ਦੇ ਜਾਤ ਚੇਤਾ ਵੀ ਨਹੀਂ ਸੀ ਆਹ ਮੁੱਦਾ ਜਿਹੜਾ ਸਰਦਾਰ ਚਰਨਜੀਤ ਸਿੰਘ ਚੰਨੀ ਨੇ ਇਸ ਤਰ੍ਹਾਂ ਦਾ ਕੀਤਾ। ਹੁਣ ਤਾਂ ਵਿਰੋਧੀ ਵੀ ਕਹਿਣ ਲੱਗ ਗਏ ਕਿ ਚੰਨੀ ਸਾਹਿਬ ਜੇ ਹੋਰ ਚੱਲ ਗਏ ਮਹੀਨਾ ਕੁ, ਮੇਰਾ ਖਿਆਲ ਹੈ ਕਿ ਸਾਡੇ ਕੋਲ ਕੋਈ ਮੁੱਦਾ ਰਹਿਣਾ ਨਹੀਂ, ਸਾਨੂੰ ਤਾਂ ਪੁਰਾਣੇ ਮੁੱਦਿਆਂ ਨੂੰ ਫੜ ਕੇ ਚੋਣ ਲੜਨੀ ਪਊਗੀ। ਜਿੰਨੇ ਮੁੱਦੇ ਅਸੀਂ ਆਪਦੇ ਚੋਣ ਮਨੋਰਥ ਪੱਤਰਾਂ 'ਚ ਲਿਆਉਣਾ ਚਾਹੁੰਦੇ ਸੀ ਉਹ ਤਾਂ ਅਸੀਂ ਲਿਆਵਾਂਗੇ ਪਤਾ ਨਹੀਂ ਕਦੋਂ, ਪਰ ਚੰਨੀ ਹੋਰੀ ਪਹਿਲਾਂ ਹੀ ਉਸ ਦਾ ਹੱਲ ਕਰ ਦਿੰਦੇ ਆ। ਆਹ ਜਿਹੜਾ 2-2 ਲੱਖ ਰੁਪਈਆ ਦਿੱਤਾ ਇਹ ਕਿਸੇ ਸਿਆਸੀ ਪਾਰਟੀ ਦੇ ਏਜੰਡੇ ਤੇ ਹੀ ਨਹੀਂ ਸੀਗਾ। ਇਹਦਾ ਮਤਲਬ ਸਰਦਾਰ ਚਰਨਜੀਤ ਸਿੰਘ ਚੰਨੀ ਦੇ ਕੋਲੇ ਕੋਈ ਨਾ ਕੋਈ ਚੰਗੇ ਥਿੰਕ ਟੈਂਕ ਵਾਲੀ ਟੀਮ ਹੈਗੀ ਹੈ। ਬਿਲਕੁਲ, ਵਿਰੋਧੀ ਧਿਰਾਂ ਨੂੰ ਮੈਨੂੰ ਲੱਗਦਾ ਹੈ ਕਿ ਰਵਾਇਤੀ ਵਾਅਦਿਆਂ ਤੱਕ ਹੀ ਸੀਮਿਤ ਕਰਤਾ, ਗਲੀਆਂ ਨਾਲੀਆਂ ਵਿਕਾਸ ਉੱਥੇ ਤੱਕ ਹੀ ਸੀਮਿਤ ਕਰਤਾ। ਕਰਨ ਵਾਲੇ ਕੰਮ ਜਿਹੜੇ ਵਾਅਦੇ ਕਰ ਰਹੀਆਂ ਨੇ ਬਾਕੀ ਪਾਰਟੀਆਂ ਉਹ ਮੁੱਖ ਮੰਤਰੀ ਚੰਨੀ ਹੋਣੀ ਪਹਿਲਾਂ ਹੀ ਪੂਰੇ ਕਰਦੇ ਜਾ ਰਹੇ ਨੇ। ਸੋ ਵਾਅਦੇ ਕਰਨ ਜੋਗਾ ਤਾਂ ਮੈਨੂੰ ਲੱਗਦਾ ਹੈ ਰਹਿਣ ਦੇਣਾ ਚਾਹੀਦਾ ਚੰਨੀ ਸਾਹਿਬ ਤੁਹਾਨੂੰ। ਵਿਰੋਧੀ ਪਾਰਟੀਆਂ ਨੂੰ ਕੁਛ ਤਾਂ ਦੇ ਦਿਓ ਕਿ ਭਾਈ ਆਹ ਵਾਅਦੇ ਕਰ ਲਓ। ਸੋ ਇਸ ਤੋਂ ਬਾਅਦ ਢਿੱਲੋਂ ਸਾਹਿਬ, ਪੰਜਾਬ ਕਾਂਗਰਸ ਨੇ ਕਹਿੰਦੇ ਜਿਹੜੀ ਸੂਚੀ ਤਿਆਰ ਕੀਤੀ ਹੈ ਉਹ ਪੰਜਾਬੀ 'ਚ ਨਹੀਂ ਤਿਆਰ ਕੀਤੀ ਆਪਣੇ ਕੈਂਡੀਡੇਟਸ। ਮੈਂ ਉਹੀ ਗੱਲ ਕਰਦਾ ਜੀ, ਜਿਹੜੀ ਨਾ ਉਹਨਾਂ ਨੇ ਕੁਝ ਹਲਕਾ ਇੰਚਾਰਜ ਲਾਏ ਨੇ ਜ਼ਿਲ੍ਹਾ ਵਾਈਜ਼ ਵੀ, ਆਹ ਬੰਦੇ ਇਹਨਾਂ ਹਲਕਿਆਂ ਨੂੰ ਦੇਖਣਗੇ। ਜਿਵੇਂ ਪਟਿਆਲੇ ਦੇ ਵਿੱਚ ਬ੍ਰਹਮਿੰਦਰਾ ਤੇ ਲਾਲ ਸਿੰਘ ਜੀ ਨੂੰ ਜ਼ਿੰਮੇਵਾਰੀ ਦਿੱਤੀ ਗਈ ਆ। ਸੋ ਹੁਣ ਤੁਸੀਂ ਪੰਜਾਬੀ ਸੋਧ ਐਕਟ ਪਾਸ ਕਰਕੇ ਹਟੇ ਹੋ ਤੇ ਆਹ ਜਿਹੜੀ ਸੂਚੀ ਜਾਰੀ ਕੀਤੀ ਹੈ ਇਹ 28 ਬੰਦਿਆਂ ਦੀ, ਉਹ ਸਾਰੀ ਦੀ ਸਾਰੀ ਅੰਗਰੇਜ਼ੀ ਦੇ ਵਿੱਚ ਜਾਰੀ ਕੀਤੀ ਹੈ। ਪੁਰਾਣੀਆਂ ਔਰਤਾਂ ਜਦੋਂ ਵੀ ਵਿਹੜੇ ਸਾਫ਼ ਕਰਦੀਆਂ ਸੀ, ਪਹਿਲਾਂ ਬਨੇਰੇ ਸਾਫ਼ ਕਰਦੀਆਂ ਸੀ ਕਿ ਹਨੇਰੀ ਨੂਰੀ ਆਉਣ ਦੇ ਨਾਲ ਬਨੇਰਿਆਂ ਦਾ ਗੰਦ ਵਿਹੜਿਆਂ 'ਚ ਨਾ ਆ ਜਾਵੇ।
ਜੇ ਸੱਚਮੁੱਚ ਸਰਦਾਰ ਪ੍ਰਗਟ ਸਿੰਘ ਹੋਰਾਂ ਨੇ ਇਹ ਲਾਗੂ ਕਰਾਇਆ, ਗੰਭੀਰਤਾ ਨਾਲ ਲਾਗੂ ਕਰਾਇਆ, ਤਾਂ ਇਹ ਜਿਹੜੀ ਹੈ ਨਾ ਚੈਰਿਟੀ ਬਿਗਿਨਜ਼ ਐਟ ਹੋਮ। ਸੋ ਇਹ ਜਿਹੜਾ ਘਰ ਤੋਂ ਸ਼ੁਰੂ ਹੁੰਦਾ ਪਹਿਲਾਂ ਆਪ ਦਿਓ, ਆਪ ਪੰਜਾਬੀ 'ਚ ਲਾਗੂ ਕਰੋ, ਆਪਣੇ ਦਸਤਖਤ ਵੀ ਪੰਜਾਬੀ 'ਚ ਕਰੋ, ਆਪਣੀਆਂ ਜਿਹੜਾ ਉਹਨਾਂ ਨੇ ਕਿਹਾ ਸੀਗਾ ਕਿ ਜਿਹੜੇ ਬੋਰਡ ਹੈ, ਮਾਈਲਸਟੋਨ ਹੈ, ਇਹ ਸਭ ਤੋਂ ਉੱਤੇ ਪੰਜਾਬੀ ਹੋਣੀ ਚਾਹੀਦੀ ਹੈ। ਵਿਚਾਲੇ ਕੌਮੀ ਸੰਪਰਕ ਭਾਸ਼ਾ ਲਿਖ ਦਿਓ ਤੇ ਹੇਠਲੇ ਪਾਸੇ ਇੰਟਰਨੈਸ਼ਨਲ ਸੰਪਰਕ ਭਾਸ਼ਾ ਅੰਗਰੇਜ਼ੀ ਲਿਖ ਦਿਓ। ਸੋ ਜਦੋਂ ਤੁਸੀਂ ਜਿਹੜੀਆਂ ਤੁਹਾਡੀਆਂ ਨੇ ਪੁਲਿਸ ਦੀਆਂ ਬਦਲੀਆਂ ਹੋਈਆਂ ਨੇ 4 ਦਿਨ ਪਹਿਲਾਂ 2 ਦਿਨ, ਉਹ ਸਾਰੀਆਂ ਅੰਗਰੇਜ਼ੀ 'ਚ ਜਾਰੀ ਕਰਦੇ ਨੇ। ਬਿਜਲੀ ਬੋਰਡ ਦੇ ਵਿੱਚ ਆਮ ਤੌਰ ਤੇ ਜਿੱਥੇ ਚਿੱਠੀ ਜਾਂਦੀ ਹੈ ਉਹ ਪੰਜਾਬੀ 'ਚ, ਤੇ ਜਿੱਥੋਂ ਜਾਂਦੀ ਹੈ ਉਹ ਪੰਜਾਬੀ 'ਚ, ਬਾਕੀ ਸਾਰੀ ਅੰਗਰੇਜ਼ੀ ਘਸੋੜ ਦਿੱਤੀ ਜਾਂਦੀ ਹੈ। ਸੋ ਚੰਨੀ ਸਾਹਿਬ ਨੂੰ ਤੇ ਪ੍ਰਗਟ ਸਿੰਘ ਹੋਰਾਂ ਨੂੰ ਮੇਰੀ ਸਨਿਮਰ ਬੇਨਤੀ ਹੈ ਕਿ ਜੇ ਤੁਸੀਂ ਸੱਚਮੁੱਚ ਪੰਜਾਬੀ ਨੂੰ ਪਟਰਾਣੀ ਬਣਾਉਣਾ ਹੈ ਤੇ ਸਾਡੇ ਸਾਬਕਾ ਮੁੱਖ ਮੰਤਰੀ ਸਰਦਾਰ ਲਛਮਣ ਸਿੰਘ ਗਿੱਲ ਦਾ ਰੁਤਬਾ ਪ੍ਰਾਪਤ ਕਰਨਾ ਹੈ, ਤਾਂ ਫਿਰ ਆਪਦੇ ਘਰ ਤੋਂ ਸ਼ੁਰੂ ਕਰਨੀ ਪਵੇਗੀ। ਸਭ ਤੋਂ ਪਹਿਲਾਂ ਤੁਸੀਂ ਸ਼ੁਰੂ ਕਰੋ, ਜਿਹੜੀਆਂ ਅਰਜ਼ੀਆਂ ਦੇ ਉੱਤੇ ਨੋਟ ਲਿਖਦੇ ਹੋ ਪਹਿਲਾਂ ਤੁਸੀਂ ਪੰਜਾਬੀ 'ਚ ਸ਼ੁਰੂ ਕਰੋ, ਹੇਠਲੇ ਪਾਸੇ ਆਪਣੇ ਆਪ ਸ਼ੁਰੂ ਹੋ ਜਾਵੇਗਾ। ਐਕਟ ਤੁਸੀਂ ਬਣਾਇਆ ਹੈ, ਐਕਟ ਦੇ ਉੱਤੇ ਕੰਮ ਹੁੰਦਾ ਦਿਸੇ, ਕੱਲਾ ਇਹ ਐਕਟ ਜਿਹੜਾ ਹੈਗਾ ਫਾਈਲਾਂ ਦਾ ਸ਼ਿੰਗਾਰ ਬਣ ਕੇ ਨਾ ਰਹਿ ਜਾਵੇ, ਕਿਉਂਕਿ 23 ਜ਼ਿਲ੍ਹਿਆਂ ਦੇ ਵਿੱਚੋਂ 20 ਦੇ ਲਗਭਗ ਜ਼ਿਲ੍ਹਿਆਂ ਦੇ ਵਿੱਚ ਜ਼ਿਲ੍ਹਾ ਭਾਸ਼ਾ ਅਫਸਰਾਂ ਦੇ ਅਸਾਮੀਆਂ ਖਾਲੀ ਪਈਆਂ ਨੇ ਜੀ। ਇਸ ਤੋਂ ਬਾਅਦ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਹੋਣਾ ਨੇ ਬੱਸਾਂ ਬਾਉਂਡ ਕਰਕੇ ਜੋ ਨਾਮਾ ਖੱਟਿਆ ਆ ਇਸ ਵੇਲੇ ਉਹਦੀ ਹਰ ਕੋਈ ਬੱਲੇ ਬੱਲੇ ਕਰ ਰਿਹਾ ਹੈ। ਦੂਜੇ ਪਾਸੇ ਉਹਨਾਂ ਨੇ ਟਰੱਕ ਯੂਨੀਅਨਾਂ ਨੂੰ ਮੁੜ ਸੁਰਜੀਤ ਕਰਨ ਦੀ ਗੱਲ ਕਹੀ ਹੈ। ਇਹ ਢਿੱਲੋਂ ਸਾਹਿਬ ਕਿੰਨੀ ਕੁ ਫਾਇਦੇਮੰਦ ਹੈ ਜਾਂ ਨੁਕਸਾਨਦਾਇਕ ਹੈ ਪੰਜਾਬ ਲਈ? ਦੇਖੋ, 2 ਗੱਲਾਂ ਨੇ ਜੀ। ਪਹਿਲਾਂ ਟਰੱਕ ਯੂਨੀਅਨਾਂ ਹੁੰਦੀਆਂ ਸੀ। ਦੇਖੋ, ਟਰੱਕ ਯੂਨੀਅਨ ਨੂੰ ਕਿਹੜੇ ਕਾਇਦੇ ਕਾਨੂੰਨ ਤੇ ਚਲਾਉਣਾ ਇਹ ਟਰੱਕ ਯੂਨੀਅਨਾਂ ਜਾਣਦੀਆਂ ਸੀ, ਲੇਕਿਨ ਇਹਦੇ ਵਿੱਚ ਟਰੱਕਾਂ ਵਾਲਿਆਂ ਦਾ ਨੁਕਸਾਨ ਹੋਇਆ। ਇਹ ਕਰਾਇਆ ਸੀ ਅਸਲ ਸ਼ੈਲਰ ਮਾਲਕਾਂ ਨੇ ਕਿ ਤੁਸੀਂ ਜੀ ਸਾਡੇ ਕੋਲੇ ਅਧਿਕਾਰ ਦੇ ਦਿਓ, ਉੱਥੇ ਉਹ ਟਰਾਲੀਆਂ ਦੇ ਵੀ ਢੋਈ ਜਾਂਦੇ ਆ। ਹੁਣ ਜਿਹੜੇ ਬੰਦੇ ਨੇ 30 ਲੱਖ ਦਾ ਟਰੱਕ ਲਿਆਂਦਾ ਹੈ ਉਹਨੂੰ ਕੋਈ 4 ਪੈਸੇ ਤਾਂ ਮਿਲਣੇ ਚਾਹੀਦੇ, ਉਹਦੀ ਕਿਸ਼ਤ ਵੀ ਨਿਕਲਣੀ ਚਾਹੀਦੀ ਹੈ। ਜੇ ਉਹ ਟਰੱਕ ਜਿਹੜਾ 1977 ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਇਹ ਕਹਿ ਗਏ ਇਹ ਤਾਂ ਜੱਟ ਦਾ ਗੱਡਾ ਹੈ, ਮਤਲਬ ਲੋਕ ਕਹਿੰਦੇ ਆ ਕਿ ਜਿੰਨੇ ਪੁੱਠੇ ਕੰਮ ਸੀਗੇ ਉਹ ਇਹਨਾਂ ਦੀਆਂ ਸਰਕਾਰਾਂ ਵੇਲੇ ਸ਼ੁਰੂ ਹੋਏ, ਲੋਕ ਦੋਸ਼ ਲਾਉਂਦੇ ਨੇ ਵਿਰੋਧੀ ਧਿਰ ਬਾਰੇ, ਅਸੀਂ ਨਹੀਂ ਲਾਉਂਦੇ। ਤਾਂ ਜੱਟ ਦਾ ਗੱਡਾ ਖੇਤ ਤੱਕ ਹੈ। ਜਦੋਂ ਕਮਰਸ਼ੀਅਲ ਕੰਮ ਕਰਦਾ ਹੈ ਤਾਂ ਸਰਕਾਰ ਨੂੰ ਪੈਸਾ ਕਿਉਂ ਨਾ ਦੇਵੇ, ਭਾਵੇਂ 100 ਰੁਪਿਆ ਮਹੀਨਾ ਹੀ ਉਹ ਤੋਂ ਲਿਆ ਜਾਵੇ ਸਰਕਾਰੀ ਖਜ਼ਾਨੇ ਦਾ ਟੈਕਸ, ਤੇ 1000 ਰੁਪਿਆ ਜਾਂ 1200 ਰੁਪਿਆ ਸਾਲ ਦਾ ਟੈਕਸ ਬਣਦਾ ਹੈ, ਉਹ ਲਿਆ ਜਾਵੇ। ਜਿਹੜੇ ਬੰਦੇ ਨੇ ਵਪਾਰਕ ਕੰਮ ਕਰਨਾ ਹੈ, ਖੇਤ ਤੱਕ ਟਰੱਕ ਤੇ ਕੋਈ ਟੈਕਸ ਨਾ ਹੋਵੇ, ਮੈਂ ਬਿਲਕੁਲ ਸਹਿਮਤ ਹਾਂ। ਪਰ ਜੇ ਟਰੈਕਟਰ ਟਰਾਲੀਆਂ ਜਿੱਥੇ ਭਰ ਕੇ ਕਦੇ 283 ਦਾ ਪੁਲਿਸ ਵਾਲੇ ਕੇਸ ਦਰਜ ਕਰਦੇ ਨੇ, ਜਦੋਂ ਤੂੜੀ ਭਰ ਕੇ ਉਹ ਧੂਈ ਜਾਂਦੇ ਨੇ, ਔਰ ਸਾਰੀ ਸੜਕ ਦੇ ਉੱਤੇ ਦੁਪਹੀਆ ਵਾਹਨ ਵਾਲਿਆਂ ਦੇ ਅੱਖਾਂ ਦੇ ਵਿੱਚ ਪਈ ਜਾਂਦੀ ਹੈ, ਤਾਂ ਜਦੋਂ ਵਪਾਰਕ ਕੰਮ ਕਰਨਾ ਹੈ ਉਹ ਜੱਟ ਦਾ ਗੱਡਾ ਨਹੀਂ, ਉਸ ਨੂੰ ਤਾਂ ਵਪਾਰਕ ਦਰਜੇ ਦੇ ਵਿੱਚ ਲਿਆਉਣਾ ਚਾਹੀਦਾ ਹੈ, ਉਹ ਤੋਂ ਬਣਦਾ ਟੈਕਸ ਲੈਣਾ ਵੀ ਚਾਹੀਦਾ ਹੈਗਾ। ਸੋ ਜਿਹੜੀਆਂ ਟਰੱਕ ਯੂਨੀਅਨਾਂ ਬਣੀਆਂ ਸੀਗੀਆਂ, ਆਮ ਤੌਰ ਤੇ ਟਰੱਕ ਯੂਨੀਅਨਾਂ ਦੇ ਵਿੱਚ ਵੀ ਪਿਛਲਾ ਜਿਹੜਾ 10 ਸਾਲ ਅਕਾਲੀ ਭਾਜਪਾ ਦਾ ਰਾਜ ਰਿਹਾ ਤੇ 97 ਤੋਂ 2002 ਵਾਲਾ, ਉਹਦੇ ਵਿੱਚ ਰਿਸ਼ਤੇਦਾਰਾਂ ਨੂੰ ਵੀ ਟਰੱਕ ਯੂਨੀਅਨ ਦੇ ਪ੍ਰਧਾਨ ਬਣਾਤਾ ਸੀਗਾ। ਬਾਦਲ ਸਾਹਿਬ ਨੇ ਸਹੁਰਿਆਂ ਦੇ ਪਿੰਡ ਦੇ 2 ਹਿੱਸੇ ਕਰਤੇ ਸੀ, ਚੱਕ ਫਤਿਹ ਸਿੰਘ ਵਾਲਾ ਤੇ ਚੱਕ ਜੋਗਿੰਦਰ ਸਿੰਘ ਵਾਲਾ, ਇੱਥੋਂ ਤੱਕ ਕਿ ਇੱਕ ਸਾਲੇਹਾਰ ਨੂੰ ਟਰੱਕ ਯੂਨੀਅਨ ਭੁੱਚੋ ਮੰਡੀ ਦਾ ਪ੍ਰਧਾਨ ਵੀ ਲਾਤਾ ਸੀਗਾ ਜੀ। ਸੋ ਟਰੱਕ ਯੂਨੀਅਨਾਂ ਆਪੋ ਆਪਣਾ ਕੰਮ ਹੁੰਦਾ। ਟਰੱਕਾਂ ਵਾਲਿਆਂ ਦਾ ਜੇ ਦੇਖਿਆ ਜਾਵੇ ਤਾਂ ਉਹ ਕਹਿੰਦੇ ਆ ਕਿ ਟਰੱਕ ਯੂਨੀਅਨ ਸਾਨੂੰ ਫਾਇਦੇਮੰਦ ਹੈ। ਜਦੋਂ ਇਹ ਟਰੱਕ ਯੂਨੀਅਨਾਂ ਤੋੜ ਦਿੱਤੀਆਂ ਗਈਆਂ ਤਾਂ ਜਿਹੜੇ ਵਿਅਕਤੀਗਤ ਤੌਰ ਤੇ ਟਰਾਂਸਪੋਰਟਰ ਨੇ ਉਹ ਕਹਿੰਦੇ ਆ ਸਾਨੂੰ ਫਾਇਦੇਮੰਦ ਹੈ। ਰਾਜਾ ਵੜਿੰਗ ਨੇ ਹਾਮੀ ਭਰੀ ਆ ਵੀ ਕੰਮ ਕਰਾਂਗੇ। ਮੈਂ ਮੁੱਖ ਮੰਤਰੀ ਸਾਹਿਬ ਨਾਲ ਤੁਹਾਡੀ ਗੱਲ ਕਰਾਉਣਾ। ਮੈਂ ਸਮਝਦਾ ਕਿ ਸਾਰੇ ਪਹਿਲੂਆਂ ਨੂੰ ਦੇਖ ਕੇ ਜੇ ਟਰੱਕ ਯੂਨੀਅਨ ਦਾ ਨੁਕਸਾਨ ਹੁੰਦਾ ਤਾਂ ਬਕਾਇਦਾ ਦੱਸਿਆ ਜਾਵੇ ਕਿ ਆਹ ਨੁਕਸਾਨ ਹੈ, ਤੇ ਜੇ ਦੂਜਿਆਂ ਦਾ ਇਹਦੇ 'ਚ ਕੋਈ ਸਾਂਝੀ ਰਾਏ ਕਰਕੇ ਉਹਨਾਂ ਨੇ ਕਿਹਾ ਕਿ ਮੈਂ ਤੁਹਾਡੀ ਮੁੱਖ ਮੰਤਰੀ ਸਾਹਿਬ ਨਾਲ ਗੱਲ ਕਰਾ ਦਿਆਂਗਾ ਤੇ ਮੁੜ ਸਰਜੀਤੀ ਵਾਲੇ ਪਾਸੇ ਨੂੰ ਆਪਾਂ ਤੁਰ ਪਾਵਾਂਗੇ। ਕਿਉਂਕਿ ਚੋਣਾਂ 2022 ਦੀਆਂ ਨਜ਼ਦੀਕ ਆ ਗਈਆਂ ਨੇ ਤੇ ਦਲ ਬਦਲੂਆਂ ਦਾ ਮੌਸਮ ਹੈ ਇਸ ਵੇਲੇ। ਕਈ ਲੋਕਾਂ ਨੂੰ ਟਿਕਟਾਂ ਮਿਲਣੀਆਂ ਨੇ, ਕਈਆਂ ਨੇ ਨਿਰਾਸ਼ ਹੋਣਾ ਆ। ਅਕਾਲੀ ਦਲ ਨੇ ਕਈ ਟਿਕਟਾਂ ਦਿੱਤੀਆਂ, ਅੱਜ ਵੀ 3 ਟਿਕਟਾਂ ਅਕਾਲੀ ਦਲ ਨੇ ਅਨਾਊਂਸ ਕੀਤੀਆਂ ਨੇ। ਕੱਲ ਇੱਕ ਟਿਕਟ ਅਨਾਊਂਸ ਕੀਤੀ, 2 ਕੀਤੀਆਂ ਸੀ, 2 ਕੱਲ ਕੀਤੀਆਂ ਸੀਗੀਆਂ, ਚੰਦੂ ਮਾਜਰਾ ਸਾਹਿਬ ਦੀ, ਇੱਕ ਰਾਜ ਭੁੰਦੜ ਦੀ ਜੀ। ਤੇ ਚੰਦੂ ਮਾਜਰਾ ਸਾਹਿਬ ਵਾਲੀ ਟਿਕਟ ਤੇ ਬਹੁਤ ਰੌਲਾ ਪਿਆ ਰਿਹਾ ਆ, ਪਿਛਲੇ ਕਈ ਦਿਨਾਂ ਤੋਂ ਸਸਪੈਂਸ ਬਣਿਆ ਹੋਇਆ ਸੀਗਾ। ਉਹ ਅਕਾਲੀ ਦਲ ਨੇ ਸਾਫ਼ ਕਰ ਦਿੱਤਾ ਕਿ ਅਜੈਬ ਸਿੰਘ ਮਖਮੈਲਪੁਰ ਹੋਣਾ ਦੀ ਧਰਮ ਪਤਨੀ ਹਰਪ੍ਰੀਤ ਕੌਰ ਮਖਮੈਲਪੁਰ, ਜਿਹੜੇ ਕਿ ਕੁੜਮ ਨੇ, ਟੌੜਾ ਪਰਿਵਾਰ ਦੇ, ਹਰਮੇਲ ਸਿੰਘ ਟੌੜਾ ਹੋਣਾ ਦੇ ਕੁੜਮ ਨੇ,
ਉਹਨਾਂ ਨੂੰ ਟਿਕਟ ਨਾ ਦੇ ਕੇ ਚੰਦੂ ਮਾਜਰਾ ਸਾਹਿਬ ਨੂੰ ਟਿਕਟ ਦੇ ਦਿੱਤੀ ਗਈ ਹੈ ਤੇ ਉਹਨਾਂ ਦੇ ਬੇਟੇ ਨੂੰ ਨਾਲ ਦੇ ਹਲਕੇ ਸਨੌਰ ਤੋਂ ਟਿਕਟ ਮਿਲ ਚੁੱਕੀ ਹੈ। ਇਹਦੇ ਕਰਕੇ ਬਹੁਤ ਜ਼ਿਆਦਾ ਰੌਲਾ ਸੀਗਾ। ਅੱਜ ਪਟਿਆਲਾ ਰੂਰਲ ਦੀ ਵੀ ਸੀਟ ਡਿਕਲੇਅਰ ਕਰ ਦਿੱਤੀ ਗਈ ਹੈ ਤੇ ਉੱਥੇ ਇੱਕ ਪਾਸੇ ਕਿਉਂਕਿ ਜਿਹੜੇ ਖੱਟੜਾ ਸੀ, ਰਣਬੀਰ ਸਿੰਘ ਖੱਟੜਾ ਦੇ ਬੇਟੇ ਸੀਗੇ ਸਤਬੀਰ ਖੱਟੜਾ, ਉਹ ਪੋਲੀਟਿਕਸ ਨੂੰ ਤਿਆਗ ਗਏ ਸੀਗੇ। ਉਹ ਕਹਿੰਦੇ ਜੀ ਮੈਂ ਰਾਜਨੀਤੀ ਦੇ ਵਿੱਚ ਆਉਣਾ ਹੀ ਨਹੀਂ ਹੈ, ਮੈਂ ਇਕੱਲੀ ਸਮਾਜ ਸੇਵਾ ਹੀ ਕਰਨੀ ਹੈ। ਉਹ ਰਿਜ਼ਾਈਨ ਕਰ ਚੁੱਕੇ ਸਨ। ਤਾਂ ਉੱਥੇ ਇੱਕ ਖੜੋਤ ਸੀਗੀ ਕਿ ਅਕਾਲੀ ਦਲ ਕਿਹਨੂੰ ਟਿਕਟ ਦੇਗਾ। ਸੋ ਲੋਕਲ ਬੰਦਿਆਂ 'ਚੋਂ ਜਿਹੜੇ ਮਿਊਨਸਿਪਲ ਕੌਂਸਲਰ ਸੀਗੇ ਉਹਨਾਂ ਦੀ ਹੋੜ ਲੱਗ ਗਈ ਸੀ ਕਿ ਜੀ ਟਿਕਟ ਸ਼ਾਇਦ ਉਹਨਾਂ ਨੂੰ ਮਿਲ ਜਾਵੇ। ਇੱਕ ਪਾਸੇ ਮਿੰਟਾ, ਜਿਹੜੇ ਸੁਖਮਿੰਦਰ ਸਿੰਘ ਮਿੰਟਾ ਨੇ, ਉਹਨਾਂ ਨੇ ਅੱਜ ਇਕੱਠ ਸੱਦਿਆ ਹੋਇਆ ਸੀਗਾ ਤੇ ਦੂਜੇ ਪਾਸੇ ਦੂਜੇ ਕੌਂਸਲਰ ਸੀਗੇ ਬਿੱਟੂ ਚੱਠਾ, ਉਹਨਾਂ ਨੂੰ ਅਕਾਲੀ ਦਲ ਨੇ ਉਸ ਮੌਕੇ ਹੀ ਟਿਕਟ ਅਨਾਊਂਸ ਕਰ ਦਿੱਤੀ ਹੈ। ਤੇ ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਨੇ ਵੀ ਢਿੱਲੋਂ ਸਾਹਿਬ 10 ਟਿਕਟਾਂ ਆਪਣੀਆਂ ਅਨਾਊਂਸ ਕੀਤੀਆਂ ਨੇ ਤੇ ਬਹੁਤ ਜ਼ਿਆਦਾ ਦਲ ਬਦਲੂ ਪਾਰਟੀ ਦੇ ਟਿਕਟ ਦੇ ਉੱਤੇ ਡਿਪੈਂਡ ਕਰਦਾ ਆ ਜਾਂ ਇਸ ਵੇਲੇ ਦੀ ਸਿਚੁਏਸ਼ਨ ਹੈ ਕੀ ਹੈ। ਜਿਹੜੀ ਆਮ ਆਦਮੀ ਪਾਰਟੀ ਹੈ ਜੀ, ਆਮ ਆਦਮੀ ਪਾਰਟੀ ਨੂੰ ਤਾਂ ਖੋਰਾ ਲੱਗ ਗਿਆ ਸੀ, ਉਹਨਾਂ ਦੇ ਵਿਧਾਇਕ ਭੱਜੇ ਜਾਂਦੇ ਸੀ। ਇਹਨਾਂ ਦੇ ਜਿਹੜੇ ਜੱਗਾ ਹਿੱਸੋਵਾਲ ਨੇ ਰਾਏਕੋਟ ਵਾਲੇ, ਉਹਨਾਂ ਦੇ ਕੋਲ ਕੱਲ 4-5 ਬੰਦੇ ਜਿਹਦੇ 'ਚ ਕੁਲਤਾਰ ਸੰਧਮਾ, ਪੰਡੋਰੀ, ਮੀਤ ਹੇਅਰ ਵਗੈਰਾ ਵਗੈਰਾ ਗਏ, ਮਨਜੀਤ ਬਲਾਸਪੁਰ, ਉਹਨਾਂ ਨੇ ਸਾਫ਼ ਜਵਾਬ ਦੇ ਦਿੱਤਾ ਵੀ ਭਾਈ ਸਾਹਿਬ ਜੀ ਮੇਰੇ ਹੱਥ ਬੰਨੇ, ਮੈਂ ਤਾਂ ਨਹੀਂ ਤੁਹਾਡੇ ਨਾਲ ਰਹਿਣਾ। ਉਹਨਾਂ ਦੀ ਟਿਕਟ ਵੀ ਨਹੀਂ ਦਿੱਤੀ। ਇਹਨਾਂ ਨੂੰ ਲੱਗਿਆ ਕਿ ਜਿਵੇਂ ਇਹ ਸਾਰੇ MLA ਭੱਜੇ ਜਾਂਦੇ ਨੇ, ਇਹਨਾਂ ਨੇ ਉਹਨਾਂ ਨੂੰ ਰੋਕਣ ਵਾਸਤੇ ਉਹਨਾਂ ਦੀਆਂ ਟਿਕਟਾਂ ਅਨਾਊਂਸ ਕਰਤੀਆਂ। ਇਹ ਕੋਈ ਚੀਨ ਦੀ ਦੀਵਾਰ ਨਹੀਂ ਕੱਢੀ ਕਿ ਉਹ ਟੱਪ ਨਹੀਂ ਸਕਦੇ ਉਹਦੇ ਤੋਂ। ਅਜੇ ਵੀ ਕਈਆਂ ਦੀ ਚਰਚੇ ਚੱਲ ਰਹੇ ਨੇ ਕਿ ਉਹ ਟੱਪ ਸਕਦੇ ਨੇ। ਚਰਚਾ ਤਾਂ ਇਹਨਾਂ ਦੇ ਕਿਸੇ ਵੱਡੇ ਆਗੂ ਦੀ ਵੀ ਹੈ ਕਿ ਉਹ ਵੀ ਕਿਸੇ ਵੇਲੇ ਦਲ ਬਦਲ ਸਕਦੇ ਨੇ, ਕਿਉਂਕਿ ਅਰਵਿੰਦ ਕੇਜਰੀਵਾਲ ਨੇ ਤਾਨਾਸ਼ਾਹ ਰਵੱਈਆ ਅਪਣਾਇਆ ਜੋ ਰਵਿੰਦਰ ਰੂਬੀ ਕੁਝ ਦਿਨ ਪਹਿਲਾਂ ਕਹਿੰਦੇ ਸੀ। ਔਰ ਰੂਬੀ ਦੀ ਇਹ ਗੱਲ ਸੱਚ ਸਾਬਤ ਹੋਈ ਕਿ ਕਈ ਵਿਧਾਇਕ ਭੱਜਣ ਨੂੰ ਫਿਰਦੇ ਆ। 3-4 ਦਾ ਉਹ ਨਾਂ ਲੈਂਦੇ ਸੀਗੇ। ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਇਹ ਪਾਰਟੀ ਸ਼ੁਰੂ ਕੀਤੀ ਗਈ ਸੀ ਤਾਂ ਉਦੋਂ ਜਿਹੜੇ ਪ੍ਰਮੁੱਖ ਆਗੂ ਸੀ, ਜਿਹੜੇ ਮਤਲਬ ਇਹਨਾਂ ਦੇ ਸੀ, ਜਿਹਨਾਂ 'ਚੋਂ ਸ਼ਸ਼ੀ ਭੂਸ਼ਣ, ਪ੍ਰਸ਼ਾਂਤ ਭੂਸ਼ਣ, ਆਸ਼ੂਤੋਸ਼, ਜੋਗਿੰਦਰ ਯਾਦਵ, ਉਹ ਸਾਰੇ ਆਗੂਆਂ 'ਚੋਂ ਅੱਜ ਕਿੰਨੇ ਕੁ ਇਹਨਾਂ ਦੇ ਨਾਲ ਖੜੇ ਨੇ। ਇਹਦਾ ਮਤਲਬ ਕਿਤੇ ਨਾ ਕਿਤੇ ਜਿਹੜਾ ਰਵੱਈਆ ਤਾਨਾਸ਼ਾਹ ਵਾਲਾ ਅਰਵਿੰਦ ਕੇਜਰੀਵਾਲ ਵੱਲੋਂ ਅਪਣਾਇਆ ਜਾਂਦਾ ਹੈ ਉਹ ਲੋਕਤੰਤਰ ਪ੍ਰਣਾਲੀ ਦੇ ਵਿੱਚ ਨਹੀਂ ਆਉਂਦਾ। 4 MP ਸਿਰਫ ਪੂਰੇ ਭਾਰਤ ਦੇ ਵਿੱਚੋਂ ਜੇ ਕਿਸੇ ਨੇ ਦਿੱਤੇ ਲੋਕ ਸਭਾ ਦੇ ਵਿੱਚ ਤਾਂ ਉਹ ਪੰਜਾਬ ਨੇ ਦਿੱਤੇ। ਨਾਲ ਕਿੰਨਾ? 1 MLA 20 ਇਹਨਾਂ ਨੂੰ ਜਿਤਾ ਕੇ ਭੇਜੇ। ਅੱਜ ਕਿੰਨੇ ਰਹਿ ਗਏ? ਇਹ 10। 1-2 ਦਾ ਜੇ ਹੋਰ ਰੌਲਾ ਪੈਂਦਾ ਫਿਰਦਾ। ਬਾਕੀ ਟਿਕਟਾਂ ਬਾਰੇ ਕਿਹੜੀ ਬਿੱਲੀ ਛਿੱਕ ਗਈ ਸੀ ਕਿ ਬਾਕੀ ਕਿਉਂ ਨਹੀਂ ਅਨਾਊਂਸ ਕੀਤੇ? ਇਹ ਤਾਂ ਸਿਰਫ ਦਲ ਬਦਲੀ ਜਿਹੜੀ ਹੋ ਰਹੀ ਸੀ ਉਹਨੂੰ ਰੋਕਣ ਵਾਸਤੇ ਇੱਕ ਯਤਨ ਕੀਤਾ ਗਿਆ। ਇਹੀ ਚੀਜ਼ ਅਕਾਲੀ ਦਲ ਦੇ ਵਿੱਚ ਚੱਲ ਰਹੀ ਹੈ ਕਿ ਸਰਹੰਦ ਦੇ ਵਿੱਚੋਂ 3 ਟਿਕਟਾਂ ਸੀ, ਖੰਨਾ ਵਿੱਚ ਨਾਲ ਲੈ ਲਈ, ਦਿਦਾਰ ਸਿੰਘ ਭੱਟੀ ਨਾਲ ਕੀਤਾ ਗਿਆ। ਜਿਵੇਂ ਤੁਸੀਂ ਇੱਥੋਂ ਦੀ ਗੱਲ ਕਰਤੀ, ਸੁਖਵਿੰਦਰਪਾਲ ਸਿੰਘ ਮਿੰਟਾ ਜਾਂ ਜਸਪਾਲ ਸਿੰਘ ਬਿੱਟੂ ਚੱਠਾ ਨੂੰ ਅੱਜ ਟਿਕਟ ਦੇ ਦਿੱਤੀ ਹੈਗੀ ਹੈ। ਲੰਗੋਟ ਕਈ ਹੋਰ ਵੀ ਕਸੀ ਫਿਰਦੇ ਸੀਗੇ, ਪਰ ਪਤਾ ਨਹੀਂ ਸੁਖਬੀਰ ਸਿੰਘ ਬਾਦਲ ਇਸ ਵਾਰੀ ਕਿਹੜਾ ਝਾਰਨਾ ਲਾਈ ਬੈਠੇ ਨੇ ਜਾਂ ਕਿਹੜਾ ਨਾਪ ਤੋਲ ਕਰਦੇ ਨੇ ਜਿਹਦੇ ਨਾਲ ਉਹ ਟਿਕਟਾਂ ਨਾਲੋਂ ਨਾਲ ਅਨਾਊਂਸ ਕਰੀ ਜਾਂਦੇ ਨੇ। ਸੋ ਅਜੇ ਪਾਰਟੀਆਂ ਦੇ ਵਿੱਚ ਟੁੱਟ ਭੱਜ ਬਹੁਤ ਹੋਣੀ ਆ। ਇੱਕ ਕਾਂਗਰਸ ਪਾਰਟੀ ਹੈ ਜਿਹਦੀ ਹੁੰਦੀ ਹੈ ਵੀ ਵਿਹੜੇ ਬੈਠੀ ਜੰਝ ਬਿੰਨੋ ਕੁੜੀ ਦੇ ਕੰਨ, ਉਧਰੋਂ ਆਖਰੀ ਦਿਨ ਹੁੰਦਾ ਗਾ ਕਾਗਜ਼ ਭਰਨ ਦਾ, ਤੇ ਇਹਨਾਂ ਦੀ ਅਜੇ ਜਿਹੜੀ ਉਹ ਹਾਈ ਕਮਾਂਡ ਹੈ, ਇੱਕ ਲੋਅ ਕਮਾਂਡ ਹੈ, ਉਹ ਜੁੜ ਕੇ ਬੈਠੀ ਹੁੰਦੀ ਹੈ। ਬੰਦੇ ਉੱਥੇ ਬਹਾਏ ਹੁੰਦੇ ਨੇ ਕਿ ਛੇਤੀ ਤੋਂ ਛੇਤੀ ਲੈ ਕੇ ਆਓ ਜੀ ਉਹ ਟਿਕਟ ਦਾ ਜਿਹੜਾ ਅਥਾਰਟੀ ਲੈਟਰ ਹੈ ਤਾਂ ਕਿ ਨਾਲ ਲਾਇਆ ਜਾਵੇ, ਕਿਤੇ ਇਹ ਨਾ ਹੋਵੇ ਕਿ ਮੇਰੀ ਟਿਕਟ ਆਜ਼ਾਦਾਨਾ ਤੌਰ ਤੇ ਲੜਨੀ ਪੈ ਜਾਵੇ। ਇਹਦੇ ਨਾਲ ਹੀ ਢਿੱਲੋਂ ਸਾਹਿਬ ਇੱਕ ਚੀਜ਼ ਹੋਰ ਜਿਹੜੀ ਲੋਕਾਂ ਨੂੰ ਸਮਝ ਨਹੀਂ ਆ ਰਹੀ, ਖਬਰ ਵੱਡੀ ਸੀਗੀ ਕਿ ਸੁਖਪਾਲ ਖਹਿਰਾ ਨੂੰ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਪੁੱਛ ਗਿੱਛ ਲਈ ਬੁਲਾਇਆ, ਫਿਰ ਉਹਨਾਂ ਦਾ 7 ਦਿਨਾਂ ਦਾ ਰਿਮਾਂਡ ਲੈ ਲਿਆ, ਅਰੈਸਟ ਕਰ ਲਿਆ। ਯਾਨੀ ਕਿ ਉਹਨਾਂ ਨੂੰ ਐਨਫੋਰਸਮੈਂਟ ਡਾਇਰੈਕਟੋਰੇਟ ਸੈਂਟਰ ਦਾ ਵਿਭਾਗ ਹੈ ਤੇ ਸੁਖਪਾਲ ਖਹਿਰਾ ਹੁਣੀ ਕੈਪਟਨ ਅਮਰਿੰਦਰ ਸਿੰਘ ਹੋਣਾ ਦੇ ਬੜੇ ਨਜ਼ਦੀਕੀ ਸੀਗੇ। ਖਬਰ ਤਾਂ ਇਹ ਹੈ ਕਿ ਖਹਿਰਾ ਸਾਹਿਬ ਨੂੰ ਅਰੈਸਟ ਕਰ ਦਿੱਤਾ ਗਿਆ। ਉਹਨਾਂ ਦੇ ਬੇਟੇ ਨੇ ਕਿਹਾ ਆ ਕਿ ਜੀ $1 ਲੱਖ ਆਮ ਆਦਮੀ ਪਾਰਟੀ ਨੂੰ ਦਿੱਤਾ ਆ ਉਹਨਾਂ ਨੇ ਪਿਛਲੀਆਂ ਚੋਣਾਂ ਦੇ ਵਿੱਚ ਬਾਹਰੋਂ ਇਕੱਠਾ ਕਰਕੇ। ਸੋ ਇਹ ਗੇਮ ਕੀ ਚੱਲ ਸਕਦੀ ਹੈ? ਕਿਉਂ ਇਦਾਂ ਦਾ ਕੁਝ ਹੋ ਰਿਹਾ ਕਿ ਅਮਰਿੰਦਰ ਸਿੰਘ ਦੇ ਖਾਸਮ ਖਾਸ ਨੂੰ ਅਰੈਸਟ ਕੀਤਾ ਜਾਵੇ? ਦੇਖੋ, ਕਈ ਗੱਲਾਂ ਇਸ ਮਾਮਲੇ ਦੇ ਵਿੱਚ ਚੱਲਦੀਆਂ ਨੇ। ਅਸਲ ਦੇ ਵਿੱਚ ਇਹ ਉਹਨਾਂ ਦੇ ਅੱਖ ਦੇ ਵਿੱਚ ਉਦੋਂ ਤੋਂ ਰੜਕਦਾ ਸੀ ਜਦੋਂ ਜਿਹੜੇ ਉਹ ਯੂਪੀ ਵਾਲੇ ਮਿਸਟਰ ਡਿਬਡਿਬਾ ਨੇ, ਉਹਨਾਂ ਦੇ ਪੁੱਤਰ ਜਿਹੜਾ 26 ਜਨਵਰੀ ਨੂੰ
ਟਰੈਕਟਰ ਚਲਾਉਣ ਵੇਲੇ ਲਾਲ ਕਿਲੇ ਦੇ ਮੂਹਰੇ ਮੌਤ ਹੋ ਗਈ ਸੀ ਉਹਦੇ ਭੋਗ ਦੇ ਉੱਤੇ। ਤੇ ਉਸ ਕੇਸ ਨੂੰ ਜਿਵੇਂ ਸੁਖਪਾਲ ਸਿੰਘ ਖਹਿਰਾ ਨੇ ਲਿਆ, ਲੱਗਦਾ ਕਿ ਇਹ ਉਹਨਾਂ ਦੇ ਅੱਖਾਂ ਦੇ ਵਿੱਚ ਰੜਕਦਾ ਸੀ। ਇਹਦੇ ਪਿੱਛੇ ਸਿਆਸੀ ਕਾਰਨ ਕਈ ਹੋਰ ਵੀ ਨੇ। ਉਹਨਾਂ ਦੇ ਜਿਹੜਾ ਲੜਕਾ ਹੈਗਾ ਮਹਿਤਾਬ ਸਿੰਘ ਆਪਣਾ ਖਹਿਰਾ, ਉਹਨਾਂ ਨੇ ਤਾਂ ਪੰਜਾਬ ਸਰਕਾਰ ਦੇ ਉੱਤੇ ਵੀ ਇਲਜ਼ਾਮ ਲਾਏ ਨੇ, ਕਈ ਕਾਂਗਰਸੀ ਆਗੂਆਂ ਤੇ ਵੀ ਇਲਜ਼ਾਮ ਲਾਏ ਨੇ ਕਿ ਇਹਨਾਂ ਦਾ ਹੱਥ ਹੋ ਸਕਦਾ ਹੈਗਾ। ਇਹ ਵੀ ਕਿਹਾ ਜਾ ਸਕਦਾ ਹੈ ਕਿ ਸੁਖਪਾਲ ਖਹਿਰਾ ਨੂੰ ਵਿੱਚੋਂ ਹਟਾਉਣ ਵਾਸਤੇ, ਰਾਹ ਚੋਂ ਪਾਸੇ ਕਰਨ ਵਾਸਤੇ, ਕਿਉਂਕਿ ਹੁਣ ਉਹਨਾਂ ਤੇ ਕੇਸ ਦਰਜ ਹੋ ਗਿਆ। ਟਿਕਟਾਂ ਵਾਲੇ ਮਾਮਲੇ ਵੇਲੇ ਕਾਫੀ ਕੋਈ ਤਿਕੜਮ ਕਾਂਗਰਸ ਦੇ ਅੰਦਰੋਂ ਵੀ ਰਲ ਮਿਲ ਕੇ ਦੂਜਿਆਂ ਨਾਲ ਲੜਾਈ ਜਾ ਸਕਦੀ ਹੈ। ਜਿਨ੍ਹਾਂ ਦੇ ਜੋੜਾਂ 'ਚ ਖਹਿਰੇ ਨੇ ਬੈਠਣਾ ਸੀ ਉਹਨਾਂ ਨੂੰ ਵੀ ਕੀਤਾ ਜਾ ਸਕਦਾ, ਕਿਉਂਕਿ ਸੁਖਪਾਲ ਸਿੰਘ ਖਹਿਰਾ ਇੱਕ ਧੜੱਲੇਦਾਰ ਆਗੂ ਹੈ, ਗੱਲ ਕਹਿਣ ਦੇ ਵਿੱਚ ਬੜਾ ਵਜਨ ਰੱਖਦੇ ਆ। ਆਹ ਜਿਹੜੇ ਪੈਸੇ ਆ ਇਹਦੇ ਬਾਰੇ ਉਹ ਕੱਲ੍ਹ ਹੀ ਜਦੋਂ ਮੀਡੀਆ ਦੇ ਸਾਹਮਣੇ ਹੋਇਆ ਉਹਨੇ ਕਿਹਾ ਕਿ ਪੈਸਿਆਂ ਬਾਰੇ ਜਾ ਕੇ ਅਰਵਿੰਦ ਕੇਜਰੀਵਾਲ ਨੂੰ ਪੁੱਛੋ। ਜਿਹੜੀ ਤੁਸੀਂ NDPS ਦੀ ਗੱਲ ਕਰਦੇ ਹੋ ਉਹਦੇ ਵਿੱਚ ਉਹਨੂੰ ਸੁਪਰੀਮ ਕੋਰਟ ਨੇ ਸਟੇ ਦਿੱਤੀ ਵੀ ਹੈ ਜੀ। ਸੋ ਉਹ ਕਹਿੰਦਾ ਵੀ ਮੇਰਾ ਇਹਦੇ ਨਾਲ ਕੋਈ ਤਾਲੁਕਾਤ ਨਹੀਂ ਹੈਗਾ। ਉਹਨਾਂ ਦਾ ਤਾਂ ਚਲਾਨ ਪੇਸ਼ ਹੋ ਗਿਆ, ਮੇਰਾ ਨਾਂ ਤੇ ਵੀ ਨਹੀਂ ਉੱਥੇ ਕਿਤੇ। ਪਰ ਤੁਹਾਨੂੰ ਪਤਾ ਹੈ ਕਿ ਜਦੋਂ ਉਜਾਰੀ ਲੱਗੀ ਤੋਂ ਲਵਾ ਲਏ, ਤੱਕ ਤੇ ਟੁੱਟੀ ਤੋਂ ਚੁਗਾਟ ਪੱਟ ਲਈ, ਤਾਂ ਕੇਂਦਰ ਵਾਲਿਆਂ ਨੂੰ ਇਹ ਹੁਣ ਵਿਭਾਗ ਨਹੀਂ ਰਹਿ ਗਏ, ਇਹ ਕੇਂਦਰ ਸਰਕਾਰ ਦੇ ਇਹ ਮਹਿਕਮੇ ਤੋਤੇ ਬਣ ਕੇ ਰਹਿ ਗਏ ਨੇ, ਪਿੰਜਰੇ ਦੇ ਤੋਤੇ। ਸੋ ਇਹਨਾਂ ਤੇ ਜਦੋਂ ਸਵਾਲ ਉੱਠਦਾ ਹੈ ਤਾਂ ਇਹ ਮਾੜਾ ਹੈ। ਕੋਈ ਸਮਾਂ ਹੁੰਦਾ ਸੀ ਜਦੋਂ ਇਹਨਾਂ ਦੇ CBI, ਇਨਕਮ ਟੈਕਸ, ਇਹ NIA ਜਾਂ ED, ਇਹਨਾਂ ਤੇ ਕੋਈ ਸਵਾਲ ਨਹੀਂ ਉੱਠਦਾ ਸੀ। ED ਦਾ ਮਾਮਲਾ ਤਾਂ ਅਜੇ ਜਿਵੇਂ ਸੁਖਪਾਲ ਸਿੰਘ ਖਹਿਰੇ ਨੂੰ ਲਿਆ ਨਾ, ਅਜੇ ਕਈਆਂ ਹੋਰਾਂ ਦੇ ਵੱਲ ਵੀ ਧੂਆਂ ਉੱਠਦਾ ਪਿਆ ਹੈਗਾ। ਅਗਲੇ ਸਮੇਂ ਦੇ ਵਿੱਚ ਕਈਆਂ ਦੀ ਪੁੱਛਗਿੱਛ ਦਸੰਬਰ ਦੇ ਮਹੀਨੇ 'ਚ ਹੋਈ ਸੀ ਤੇ ਤਰੇਲੀਆਂ ਆ ਗਈਆਂ ਸੀ ਉਹਨਾਂ ਨੂੰ ਦਸੰਬਰ 'ਚ ਜੀ। ਸੋ ਇਹ ED ਜਿਹੜੇ ਹੈਗੇ ਆ ਨਾ, ਇਹ ਆਪਣੇ ਆਪ ਦੇ ਵਿੱਚ ਜਿਹੜੇ ਮਹਿਕਮੇ ਨੇ, ਇਹਨਾਂ ਤੋਂ ਤੁਸੀਂ ਦੇਖੋ ਕਿ ਇਹਨਾਂ ਨੂੰ ਜਿਹੜੀ ਇਹਨਾਂ ਦੀ ਇੰਡੀਪੈਂਡੈਂਟਤਾ ਸੀ, ਜਿਹੜੀ ਇਹਨਾਂ ਦਾ ਆਜ਼ਾਦਾਨਾ ਸੀ, ਉਹ ਇਸ ਵੇਲੇ ਪ੍ਰਭਾਵਿਤ ਹੋ ਗਿਆ, ਜਿਹੜਾ ਕਿ ਠੀਕ ਨਹੀਂ ਹੈਗਾ। ਜਿਹੜੀ ਪਹਿਚਾਣ ਸੀ ਕਿ ਆਜ਼ਾਦ ਨੇ ਇਹ ਏਜੰਸੀਆਂ, ਉਹ ਹੈ ਪਹਿਚਾਣ ਇਹਨਾਂ ਦੀ ਰਾਜਨੀਤੀ ਹੇਠਾਂ ਦਬ ਚੁੱਕੀ ਆ, ਖਤਮ ਹੋ ਚੁੱਕੀ ਹੈ। ਇਹ ਭਾਰਤ ਦੇ ਬੱਚੇ ਦੇ ਮੂੰਹ ਤੇ ਇਹ ਗੱਲ ਹੈਗੀ ਆ, ਹਰੇਕ ਦੀ ਜ਼ੁਬਾਨ ਤੇ ਆ। ਇਸ ਦੇ ਨਾਲ ਹੀ ਢਿੱਲੋਂ ਸਾਹਿਬ ਇੱਕ ਹੋਰ ਵੀ ਖੁਲਾਸਾ ਹੋਇਆ ਕਿ ਕੌਮੀ ਪਾਰਟੀਆਂ ਨੂੰ 70% ਤੇ ਖੇਤਰੀ ਪਾਰਟੀਆਂ ਨੂੰ 55% ਚੰਦਾ ਅਗਿਆਤ ਸਰੋਤਾਂ ਤੋਂ ਆਇਆ ਜੀ। ਤੁਸੀਂ ਦੇਖੋ, ਇਹ ਤਾਂ ਚਲੋ ਚੰਦਾ ਆਇਆ, ਜਿਹੜਾ ਕਹਿੰਦੇ PM ਕੇਅਰ ਫੰਡ ਹੈ ਉਹਦਾ ਕੋਈ ਹਿਸਾਬ ਕਿਤਾਬ ਹੀ ਨਹੀਂ ਵੀ ਕਿੱਥੋਂ ਆਇਆ, ਕਿਵੇਂ ਆਇਆ, ਕਿਹਨੂੰ ਆਇਆ। ਇਹਦੇ ਵਿੱਚ ਸਾਰੀਆਂ ਪਾਰਟੀਆਂ ਅਰਵਿੰਦਰ ਜੀ ਲਿਬੜੀਆਂ ਹੋਈਆਂ ਨੇ, ਭਾਵੇਂ ਉਹ ਖੇਤਰੀ ਨੇ, ਭਾਵੇਂ ਦੂਜੇ। ਆ ਤੁਸੀਂ ਹੁਣੇ ਆਪਾਂ ਗੱਲ ਕਰਕੇ ਹਟੇ ਆ ਕਿ 1 ਲੱਖ ਕਰੋੜ ਰੁਪਈਆ NRI ਭਰਾਵਾਂ ਤੋਂ ਖਹਿਰਾ ਸਾਹਿਬ ਫੰਡ ਦੇ ਰੂਪ 'ਚ ਲੈ ਕੇ ਆਏ। ਦੂਜਿਆਂ ਤੇ ਦੋਸ਼ ਤਾਂ ਅਰਵਿੰਦ ਕੇਜਰੀਵਾਲ ਨੇ ਵੀ ਪੈਰ ਤੇ ਲਾਏ ਸੀ। ਜਿਹੜਾ ਉਹਨਾਂ ਦੀ ਪਾਰਟੀ ਨੂੰ ਚੰਦਾ ਆਇਆ, ਘੱਟੋ ਘੱਟ ਉਹ ਦੱਸ ਦਿੰਦੇ ਵੀ ਕਿੱਥੋਂ ਕਿੱਥੋਂ ਸਾਡਾ ਚੰਦਾ ਆਇਆ ਤੇ ਜੱਗ ਜ਼ਾਹਰ ਕਰ ਦਿੰਦੇ ਇਹ ਚੀਜ਼ ਲੋਕਾਂ ਦੇ ਵਿੱਚ, ਪਰ ਨਹੀਂ ਕੀਤਾ ਗਿਆ। ਹੁਣ ਇਹ ਖੁਲਾਸਾ ਕਰ ਦਿੱਤਾ ਗਿਆ ਕਿ 77% ਕੌਮੀ ਤੇ 55% ਜਿਹੜੀਆਂ ਖੇਤਰੀ ਪਾਰਟੀਆਂ ਨੇ, ਉਹਦੇ ਵਿੱਚ ਸਾਡੇ ਵਾਲੀਆਂ ਵੀ ਆਉਂਦੀਆਂ ਨੇਗੀਆਂ, ਜਿਹੜੀਆਂ ਪੰਜਾਬ ਵਾਲੀਆਂ ਨੇ, ਕਿ ਉਹਨਾਂ ਨੂੰ ਬਹੁਤ ਸਾਰੇ ਅਗਿਆਤ ਲੋਕਾਂ ਨੇ, ਇਹ ਉਹ ਲੋਕ ਨੇ ਜਿਨ੍ਹਾਂ ਨੇ ਕਾਰਪੋਰੇਟ ਘਰਾਣੇ ਬਣਾਏ, ਉਹਨਾਂ ਨੇ ਇਹ ਚੰਦੇ ਦਿੱਤੇ। ਤੁਹਾਡੇ ਮੇਰੇ 10-20 ਹਜ਼ਾਰ ਦੇ ਚੰਦੇ ਨਾਲ ਕੱਖ ਨਹੀਂ ਫਰਕ ਪੈਂਦਾ। ਇਹ ਵੱਡਾ ਰਕਮਾਂ ਆਈਆਂ ਨੇ ਜਿਹਦੇ ਵਿੱਚ ਸਾਰੀਆਂ ਹੀ ਸਿਆਸੀ ਪਾਰਟੀਆਂ ਮਤਲਬ ਲਿਬੜੀਆਂ ਹੋਈਆਂ ਨੇ। ਕੋਈ ਸਿਆਸੀ ਪਾਰਟੀ ਇਹ ਤੋਂ ਨਹੀਂ ਬਚੀ, ਭਾਵੇਂ ਇੱਕ ਦੂਜੇ ਤੇ ਬਾਹਰ ਜਿੰਨਾ ਮਰਜ਼ੀ ਦੋਸ਼ ਲਾਈ ਜਾਣ, ਹਮਾਮ ਦੇ ਵਿੱਚ ਇਹ ਸਾਰੀਆਂ ਨੰਗੀਆਂ ਨੇ ਜੀ। ਇਸ ਦੇ ਨਾਲ ਹੀ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਤੋਂ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਪੁੱਛਗਿੱਛ ਜਾਰੀ ਰੱਖ ਰਹੀ ਹੈ। ਉਹਦੇ ਪਿੱਛੇ ਕਿੰਨਾ ਕੁ ਲੱਗਦਾ ਹੈ ਕਿ ਕਿਉਂਕਿ ਬਹੁਤ ਜ਼ਿਆਦਾ ਪ੍ਰੈਸ਼ਰ ਹੈ ਪੰਜਾਬ ਸਰਕਾਰ ਦੇ ਉੱਤੇ ਕਿ ਭਾਈ ਜਲਦੀ ਤੋਂ ਜਲਦੀ ਬਰਗਾੜੀ ਕਾਂਡ ਦਾ, ਕੋਟਕਪੂਰਾ ਕਾਂਡ ਦਾ ਇਨਸਾਫ ਲੈ ਕੇ ਆਓ। ਸੋ ਕਿੰਨਾ ਕੁ ਚਿਰ ਹੋਰ ਲੱਗ ਸਕਦਾ ਹੈ ਢਿੱਲੋਂ ਸਾਹਿਬ ਪੁੱਛਗਿੱਛ ਨੂੰ? ਦੇਖੋ, ਜਿਹੜਾ ਸੁਰਜੀਤ ਪਾਤਰ ਦਾ ਸ਼ੇਅਰ ਹੈ ਕਿ ਇੱਥੇ ਬੰਦੇ ਬਿਰਖ ਹੋ ਗਏ ਫੈਸਲੇ ਸੁਣਦਿਆਂ, ਅਜੇ ਤੱਕ ਤਾਂ ਉਹੀ ਨਜ਼ਰ ਆ ਰਿਹਾ। ਇਹ ਤਾਂ ਕੱਲ੍ਹ ਵਾਪਰਿਆ ਹੈਗਾ, ਅਜੇ ਤੱਕ ਤਾਂ 84 ਕਿਸੇ ਪਾਸੇ ਨਹੀਂ ਲੱਗੀ, ਉਹਨੂੰ 34-35 ਸਾਲ ਹੋ ਗਏ ਨੇਗੇ। ਸੋ ਅਰਵਿੰਦਰ ਜੀ, ਮੈਂ ਨਹੀਂ ਸਮਝਦਾ ਕਿ ਇਹ ਇੰਨੀ ਜਲਦੀ ਕਿਸੇ ਪਾਰ ਲੱਗ ਜਾਏਗਾ। ਪਰ ਜਿਹੜੀ ਸਪੈਸ਼ਲ ਜਾਂਚ ਟੀਮ ਸਨਾਰੀਆ ਜੇਲ੍ਹ ਦੇ ਵਿੱਚ ਗਈ ਸੀ, ਮਾਨਯੋਗ ਉੱਚ ਅਦਾਲਤ ਨੇ ਕਿਹਾ ਸੀ ਕਿ ਤੁਸੀਂ ਉੱਥੇ ਜਾ ਕੇ ਪੁੱਛਗਿੱਛ ਕਰੋ। ਉਹ ਕਹਿੰਦੇ ਜਦੋਂ ਵਾਪਸ ਆਏ ਨੇ, ਉਹਨਾਂ ਨੇ ਆਪਣੀ ਰਿਪੋਰਟ ਅਦਾਲਤ ਦੇ ਵਿੱਚ ਸੌਂਪਤੀ ਹੈ ਕਿ ਬਹੁਤ ਸਾਰੇ ਸਵਾਲ ਉਹ ਟਾਲਦਾ ਹੈ। ਕਈਆਂ ਬਾਰੇ ਕਹਿਣ ਦਾ ਮੈਨੂੰ ਪਤਾ ਨਹੀਂ, ਮਚਰਾ ਬਹੁਤ ਆ ਉਹ ਮਚਲਾ, ਤੇ ਉਹਦੀ ਹਰਾਸਤੀ ਪੁੱਛਗਿੱਛ ਹੋਣੀ ਬਹੁਤ ਜ਼ਰੂਰੀ ਹੈ। 18 ਦਸੰਬਰ ਦੀ ਤਰੀਕ ਪੈ ਗਈ ਹੈ। ਹੁਣ ਅਗਲੀ ਤਰੀਕ ਦੇ ਵਿੱਚ ਉਹ ਕਹਿੰਦੇ ਵੀ ਜਦੋਂ ਤੱਕ ਇਹਦੀ
ਹਿਰਾਸਤੀ ਪੁੱਛਗਿੱਛ ਨਹੀਂ ਹੁੰਦੀ ਉਦੋਂ ਤੱਕ ਇਹਦੇ ਤੋਂ ਸੱਚ ਉਗਲਵਾਇਆ ਨਹੀਂ ਜਾ ਸਕਦਾ। ਸਮਾਂ ਬਹੁਤ ਹੋ ਗਿਆ। ਕੈਪਟਨ ਅਮਰਿੰਦਰ ਸਿੰਘ ਨੇ 4.5 ਸਾਲ ਬਿਨਾਂ ਮਤਲਬ ਤੋਂ ਇਹਦੇ ਤੇ ਲੰਘਾਤੇ। ਪਹਿਲਾਂ ਤਾਂ ਜਦੋਂ ਜਸਟਿਸ ਰਣਜੀਤ ਸਿੰਘ ਨੇ ਰਿਪੋਰਟ ਦਿੱਤੀ ਸੀ ਤੇ ਫਿਰ ਜੇ ਉਦੋਂ ਬਾਅਦ ਸਿੱਟ ਬਣਾ ਕੇ ਕੜੀ ਘੋਲਣੀ ਸੀ, ਫਿਰ ਜਸਟਿਸ ਰਣਜੀਤ ਸਿੰਘ ਨੂੰ ਕਾਹਦੇ ਵਾਸਤੇ ਦਿੱਤੀ ਸੀ? ਜਿਨ੍ਹਾਂ ਦੇ ਵੇਲੇ ਹੋਈ ਉਹਨਾਂ ਨੇ ਜਸਟਿਸ ਜੋਰਾ ਸਿੰਘ ਨੂੰ ਦੇਤੀ। ਫਰਕ ਇੰਨਾ ਕੁ ਹੈ ਕਿ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਦੇ ਉੱਤੇ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਵੀ ਹੋ ਗਿਆ ਸੀਗਾ। ਜਿਵੇਂ ਹੁਣ ਮੈਨੂੰ ਵੀ ਨਹੀਂ ਹੋਏ ਨੇ ਇੱਕ ਦੂਜੇ ਦੇ ਨਾਲ ਐਨ ਬਿਨਾਂ ਕਮਾਨ ਤੋਂ ਤੀਰ ਕਮਾਨ ਤੋਂ ਲੈ ਕੇ ਐਨ ਤੀਰ ਸਿੱਧੇ ਕੀਤੇ ਨੇ। ਉਸ ਵੇਲੇ ਵੀ ਇੱਕ ਦੂਜੇ ਦੇ ਖਿਲਾਫ ਇਹੀ ਤੂੰ ਫਲਾਨਾ, ਤੂੰ ਢਿਮਕਾ, ਤੂੰ ਸਾਲਾ ਹੈਗਾ, ਤੂੰ ਜੀਜਾ, ਤੇਰਾ ਉਹ ਨਹੀਂ ਕਰਦਾ, ਫਲਾਨਾ ਨਹੀਂ ਕਰਦਾ, ਢਿਮਕਾ ਨਹੀਂ ਕਰਦਾ। ਇਹਨਾਂ ਨੇ ਬਹੁਤ ਕੁਝ ਕੀਤਾ ਸੀਗਾ ਪਰ ਅਫਸੋਸ ਕਿ ਉਹਦੇ ਚੋਂ ਨਿਕਲਿਆ ਕੁਛ ਨਹੀਂ। ਅਜੇ ਵੀ ਮੈਨੂੰ ਲੱਗਦਾ ਕਿ ਇਹਦੇ ਚੋਂ ਕੋਈ ਬਹੁਤੀ ਆਸ ਰੱਖੀ ਨਹੀਂ ਜਾ ਸਕਦੀ। ਤਾਜ਼ਾ ਗੱਲ ਇੱਕ ਹੋਰ ਪਤਾ ਲੱਗੀ ਹੈ ਕਿ ਜਿਹੜਾ 2007 ਦਾ ਮਾਮਲਾ ਸੀ ਜਦੋਂ ਸਰਸੇ ਵਾਲੇ ਨੇ ਸਲਾਬਤਪੁਰਾ ਬਠਿੰਡਾ ਦੇ ਵਿੱਚ ਜਾਮੇ ਇਨਸਾ ਰੂਹ ਅਫਜਾ ਲੋਕਾਂ ਨੂੰ ਪਿਲਾਇਆ ਸੀ, ਉਸ ਦਾ ਜਿਹੜਾ 295A ਦਾ ਕੇਸ ਸੀ ਉਹ ਅਕਾਲੀ ਭਾਜਪਾ ਸਰਕਾਰ ਵੇਲੇ ਵਾਪਸ ਲੈ ਲਿਆ ਗਿਆ ਸੀ। ਉਹਦੇ ਨੂੰ ਵੀ ਮੁੜ ਸਰਜੀਤ ਕਰਨ ਦਾ ਕੀਤਾ ਜਾ ਸਕਦਾ। ਮੰਗ ਉੱਠ ਰਹੀ ਹੈ, ਕਰ ਰਹੇ ਨੇ, ਇਸੇ ਕਰਕੇ ਅਕਾਲੀ ਚੀਕਾਂ ਮਾਰ ਰਹੇ ਜੀ। ਤੇ ਢਿੱਲੋਂ ਸਾਹਿਬ, ਸੰਯੁਕਤ ਕਿਸਾਨ ਮੋਰਚਾ ਬਲ ਦੇ ਭਾਂਬੜ ਚੋਂ ਇੱਕ ਚਿੰਗਾਰੀ ਨਿਕਲ ਕੇ ਆ ਰਹੀ ਹੈ। ਚਿੰਗਾਰੀ ਦਾ ਨਾਮ ਹੈ ਗੁਰਨਾਮ ਸਿੰਘ ਚੜੂਣੀ ਦੀ ਪਾਰਟੀ। ਕਿਸਾਨਾਂ ਦੀ ਪਾਰਟੀ ਬਣ ਗਈ ਹੈ। ਪੰਜਾਬ ਦੀ ਰਾਜਨੀਤੀ ਦੇ ਵਿੱਚ ਇੱਕ ਚਿੰਗਾਰੀ ਦੀ ਤਰ੍ਹਾਂ ਚੱਲ ਰਹੀ ਹੈ, ਯਾਨੀ ਕਿ ਉਸ ਭਾਂਬੜ ਚੋਂ ਨਿਕਲੀ ਇੱਕ ਚਿੰਗਾਰੀ ਹੁਣ ਪੰਜਾਬ ਦੀਆਂ ਸਿਆਸੀ ਪਾਰਟੀਆਂ ਦੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਕਿਤੇ ਚੜੂਣੀ ਹੋਣੀ ਕਿੰਨੀਆਂ ਕੁ ਵੋਟਾਂ ਤੋੜ ਲੈਣਗੇ। ਇਹ ਆਪਣੇ ਆਪ ਦੇ ਵਿੱਚ ਵਿਸ਼ਾ ਅਗਲੇ ਸਮੇਂ ਦੇ ਵਿੱਚ ਪਤਾ ਲੱਗ ਜੂਗਾ। ਇਹ ਕਿਸੇ ਨਾ ਕਿਸੇ ਸਿਆਸੀ ਧਿਰ ਨੇ ਖੜੀ ਕੀਤੀ ਹੈ, ਭਾਵੇਂ ਉਹ ਕਿਸੇ ਕੇਂਦਰ ਵਾਲੀ ਹੋ ਸਕਦੀ ਹੈ, ਭਾਵੇਂ ਕੋਈ ਸਥਾਨਕ ਲੋਕਲ ਪੱਧਰ ਦੀ ਪਾਰਟੀ ਹੋ ਸਕਦੀ ਹੈ ਇਹਦੇ ਪਿੱਛੇ ਕੋਈ ਨਾ ਕੋਈ ਜ਼ਰੂਰ ਕਿ ਜਿਹੜੀਆਂ ਕਿਸਾਨਾਂ ਦੀਆਂ ਵੋਟਾਂ ਇੱਕ ਪਾਰਟੀ ਜਿਹੜੀ ਆਪਣੇ ਆਪ ਨੂੰ ਹੁਣ ਤੱਕ ਇਹ ਕਹਿੰਦੀ ਸੀ ਕਿ ਅਸੀਂ ਕਿਸਾਨਾਂ ਦੇ ਸਭ ਤੋਂ ਵੱਡੇ ਖੈਰ ਖੁਆਹ ਹਾਂ, ਉਹਨਾਂ ਦੇ ਚੁੰਗਲ ਚੋਂ ਨਿਕਲ ਕੇ ਕਿਤੇ ਦੂਜੇ ਪਾਸੇ ਤਾਂ ਨਹੀਂ ਜਾ ਰਹੀਆਂ। ਇਹ ਆਪਣੇ ਆਪ ਦੇ ਵਿੱਚ ਇੱਕ ਚਰਚਾ ਦਾ ਵਿਸ਼ਾ ਹੈ ਰਵਿੰਦਰ ਜੀ। ਤਾਂ ਅਗਲੇ ਦਿਨਾਂ ਦੇ ਵਿੱਚ ਇਹਦਾ ਕਲੀਅਰ ਹੋਵੇਗਾ। ਚੜੂਨੀ ਸਾਹਿਬ ਤਾਂ ਵਾਹਵਾ ਚਿਰ ਤੋਂ ਚੋਣਾਂ ਲੜੀ ਜਾਂਦੇ ਨੇ ਤੇ ਜ਼ਮਾਨਤ ਜ਼ਬਤ ਕਰਾ ਲੈਂਦੇ ਨੇ। ਉਹ ਹਰਿਆਣਾ ਛੱਡ ਕੇ ਐਡਾ ਕਿਹੜਾ ਜਿਹੜਾ ਪੰਜਾਬ ਦੇ ਵਿੱਚ ਆਏ ਨੇ, ਇਹ ਵੀ ਚਰਚਾ ਦਾ ਵਿਸ਼ਾ ਹੈਗਾ। ਇਹਦਾ ਜਗਜਾਰ ਹੋਣਾ ਚਾਹੀਦਾ ਹੈ। ਲੇਕਿਨ ਸੰਯੁਕਤ ਕਿਸਾਨ ਮੋਰਚੇ ਨੇ ਕਹਿਤਾ ਕਿ ਸਾਡਾ ਇਹਦੇ ਨਾਲ ਕੋਈ ਤਾਲੁਕਾਤ ਨਹੀਂ, ਪਹਿਲਾਂ ਮੋਰਚਾ ਜਿੱਤ ਲਈਏ। ਇਹਦੇ ਬਾਵਜੂਦ ਗੁਰਨਾਮ ਸਿੰਘ ਚੜੂਨੀ ਵੱਖਰੇ ਰਾਹ ਤੇ ਚੱਲ ਕਿਉਂ ਰਹੇ ਨੇ? ਕਿਤੇ ਕੋਈ ਸੌਦਾ ਤਾਂ ਨਹੀਂ ਕਿਸੇ ਨਾਲ ਮਾਰ ਲਿਆ? ਇਹ ਲੱਗਦਾ ਹੈ ਕਿ ਕੁਝ ਨਾ ਕੁਝ ਕਿਸਾਨੀ ਵੋਟਾਂ ਤੇ ਜੇ ਸੱਟ ਮਾਰਦੇ ਆ ਤਾਂ ਕਿਸੇ ਇੱਕ ਵਿਸ਼ੇਸ਼ ਸਿਆਸੀ ਧਿਰ ਨੂੰ ਉਹਦਾ ਫਾਇਦਾ ਹੋ ਸਕਦਾ ਜੀ। ਸੋ ਚੋਣਾਂ ਦੇ ਵਿੱਚ ਜ਼ਰੂਰ ਸੌਦੇਬਾਜ਼ੀਆਂ ਚੱਲਦੀਆਂ ਨੇ ਜੀ। ਕਈ ਆਪਣਾ ਵੋਟ ਦਿਲ ਨਾਲ ਪਾਉਂਦੇ ਨੇ, ਕਈ ਆਪਣਾ ਵੋਟ ਆਮ ਚਰਚਾ ਮੀਡੀਆ ਦੇ ਵਿੱਚ ਰਹਿੰਦੀ ਹੈ ਕਿ ਵਿਕ ਕੇ ਪਾਉਂਦੇ ਨੇ, ਚਾਹੇ ਕਿਸੇ ਤਰ੍ਹਾਂ ਦਾ ਵੀ ਲਾਲਚ ਹੋਵੇ। ਅਸੀਂ ਇੱਕ ਵਾਰੀ ਫੇਰ ਇਹ ਗੱਲ ਦੁਹਰਾਵਾਂਗੇ ਕਿ ਆਪਣਾ ਵੋਟ ਇਸ ਵਾਰ ਘੱਟੋ ਘੱਟ ਉਸ ਸ਼ਖਸ ਨੂੰ ਪਾਇਓ ਜਿਹੜਾ ਤੁਹਾਨੂੰ ਦਿਲੋਂ ਪਸੰਦ ਹੈ, ਯਾਨੀ ਕਿ ਜਿਹੜਾ ਤੁਹਾਡੀ ਬਾਅਦ ਦੇ ਵਿੱਚ ਮਦਦ ਕਰੂਗਾ, ਤੁਹਾਡਾ ਵਪਾਰ ਵਧਾਉਣ ਦੇ ਵਿੱਚ, ਤੁਹਾਨੂੰ ਨੌਕਰੀ ਦਿਵਾਉਣ ਦੇ ਵਿੱਚ। ਸਿਰਫ ਉਸੇ ਸ਼ਖਸ ਨੂੰ ਵੋਟ ਪਾਇਓ, ਨਹੀਂ ਤਾਂ ਕੱਲ੍ਹ ਨੂੰ ਫੇਰ ਅਗਲੀਆਂ ਵੋਟਾਂ ਦਾ ਇੰਤਜ਼ਾਰ ਕਰੋਗੇ ਕਿ ਭਾਈ ਉਹ ਵੋਟਾਂ ਆਉਣਗੀਆਂ, ਉਦੋਂ ਫੇਰ ਬੰਦਾ ਆਊਗਾ, ਕੋਈ ਪੈਸੇ ਦਊਗਾ, ਫਿਰ ਅਸੀਂ ਵੋਟ ਵੇਚ ਦਾਂਗੇ। ਇਹ ਵੋਟਾਂ ਦਾ ਵਪਾਰ ਬੰਦ ਕਰ ਦਿਓ ਕਿਰਪਾ ਕਰਕੇ, ਤੇ ਵੋਟ ਉਹਨੂੰ ਪਾਇਓ ਜਿਹੜਾ ਪੜ੍ਹਿਆ ਲਿਖਿਆ ਨੌਜਵਾਨ ਸ਼ਖਸ ਤੁਹਾਡੀ ਗੱਲ ਨੂੰ ਸਮਝਣ ਵਾਲਾ ਹੋਵੇ, ਜਿਹਦੀ ਧੌਣ ਦੇ ਵਿੱਚ ਕਿੱਲਾ ਨਾ ਫਸਿਆ ਹੋਵੇ, ਜਿਹੜਾ ਆਕੜੇ ਨਾ ਤੁਹਾਡੇ ਨਾਲ। ਕਿਰਪਾ ਕਰਿਓ ਵੋਟ ਬਹੁਤ ਧਿਆਨ ਨਾਲ ਪਾਇਓ ਜੀ। ਤੇ ਇਹਦੇ ਨਾਲ ਹੀ ਢਿੱਲੋਂ ਸਾਹਿਬ, ਅਕਾਲੀ ਦਲ ਨੂੰ ਤੁਸੀਂ ਲਿਖਿਆ ਹੈ ਕਿ ਗ੍ਰਿਫਤਾਰੀਆਂ ਦਾ ਡਰ ਸਤਾਉਣ ਲੱਗਾ ਆ। ਇਹ ਖਬਰਾਂ ਪਿਛਲੇ ਹਫਤੇ ਦੇ ਵਿੱਚ ਚਰਚਾ ਦੇ ਵਿੱਚ ਰਹੀਆਂ ਨੇ, ਕਿਉਂਕਿ ਸੁਖਬੀਰ ਬਾਦਲ ਹੋਣਾ ਨੇ ਵੀ ਇੱਕ ਫੋਟੋ ਉਹਨਾਂ ਦੀ ਅਖਬਾਰ ਦੇ ਵਿੱਚ ਲੱਗੀ ਸੀ ਫੁੱਟਬਾਲ ਖੇਡਦੇ ਹੋਏ, ਤੇ ਨਾਲ ਉਹਨਾਂ ਨੇ ਲਿਖਿਆ ਕਿ ਸਾਡੇ ਪਰਿਵਾਰ ਨੂੰ ਜਾਣ ਬੁੱਝ ਕੇ ਸਾਜ਼ਿਸ਼ ਦੇ ਤਹਿਤ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਨਹੀਂ, ਕੱਲ ਇਹਨਾਂ ਦੇ ਕੁਝ ਆਗੂਆਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਚੰਡੀਗੜ੍ਹ 'ਚ ਬੈਠ ਕੇ ਕਿ ਅਕਾਲੀ ਦਲ ਦੇ ਪ੍ਰਧਾਨ ਨੂੰ ਫਸਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਇਹ ਉਹੀ ਗੱਲ ਹੈ, ਤੁਹਾਨੂੰ ਯਾਦ ਹੋਣਾ ਜਦੋਂ 2005 ਦੇ ਵਿੱਚ ਪਾਣੀਆਂ ਦੇ ਮਾਮਲੇ ਦੇ ਉੱਤੇ ਇੱਕ ਬਹਿਸ ਹੋਈ ਸੀ ਵਿਧਾਨ ਸਭਾ ਦੇ ਵਿੱਚ ਸਪੈਸ਼ਲ ਸੈਸ਼ਨ ਬੁਲਾ ਕੇ, ਜਿਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਡੀ ਪੱਧਰ ਤੇ ਮਿਹਨੋ ਮਿਹਨੀ ਹੋਏ ਸੀ। ਇੱਕ ਗੱਲ ਉਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਸੀ
ਕਿ ਸਰਦਾਰ ਜੀ ਸਾਡੀ ਸਰਕਾਰ ਨੇ ਤਾਂ ਸਾਰਾ ਕੁਝ ਹੀ ਗਲਤ ਕੀਤਾ ਸੀ, ਮੰਨਦੇ ਆ ਸਾਤੋਂ ਗਲਤੀਆਂ ਹੋ ਗਈਆਂ ਹੋਣਗੀਆਂ, ਪਰ ਹੁਣ ਤੁਸੀਂ ਸੱਤਾ ਦੇ ਵਿੱਚੋਂ ਤੁਸੀਂ ਉਹ ਕੰਮ ਨਾ ਕਰੋ ਜਿਹੜਾ ਅਸੀਂ ਕਰ ਗਏ ਹਾਂ। ਇੱਕੋ ਗੱਲ ਕਹਿ ਕੇ ਸਾਰੇ ਚੁੱਪ ਕਰਾਤੇ ਸੀ। ਇੱਕ ਗੱਲ ਹੋਰ ਕਹੀ ਸੀ ਕਿ ਕੈਪਟਨ ਸਾਹਿਬ ਤੁਹਾਡੇ ਨਾਲੋਂ ਮੇਰਾ ਮੁੱਖ ਮੰਤਰੀ ਦਾ ਤਜਰਬਾ ਜ਼ਿਆਦਾ ਹੈ। ਉਹਨਾਂ ਨੇ ਆਪਣੇ ਪ੍ਰਿੰਸੀਪਲ ਸੈਕਟਰੀ ਸਰਵੇਸ਼ ਕੌਸ਼ਲ ਬਾਰੇ ਕਿਹਾ ਸੀ ਕਿ ਜਿਹੜਾ ਮੋਟੂ ਜਾ ਬੈਠਾ ਹੈ ਨਾ, ਜਦੋਂ ਮੇਰਾ ਚੂਲਾ ਟੁੱਟਿਆ ਤਾਂ ਸਭ ਤੋਂ ਪਹਿਲਾਂ ਫੋਨ ਕਰਨ ਵਾਲਾ ਇਹ ਸੀ ਤੁਹਾਨੂੰ ਕਿ ਵੀ ਹੁਣ ਬਾਦਲ ਸਾਹਿਬ ਨੇ ਤਾਂ ਵਾਪਸ ਨਹੀਂ ਆਉਣਾ, ਇਹਨਾਂ ਤੇ ਬਾਹਲਾ ਵਿਸ਼ਵਾਸ ਨਾ ਕਰੋ। ਮੈਨੂੰ ਇਉਂ ਲੱਗਦਾ ਕਿ ਜਿਹੜੀ ਇਹ ਸਰਕਾਰ ਕੋਈ ਕੰਮ ਕਰ ਰਹੀ ਹੈ, ਅੰਦਰ ਖਾਤੇ ਕੋਈ ਨਾ ਕੋਈ ਅਧਿਕਾਰੀ ਇਹੋ ਜਿਹਾ ਹੈ ਜਿਹੜਾ ਉਹ ਕਨਸੋਹਾਂ ਦੂਜੇ ਪਾਸੇ ਵੀ ਕੱਢ ਰਿਹਾ ਹੈ। ਭਾਵੇਂ ਜਿਹੜਾ 295 ਦਾ ਪਰਚਾ ਦਰਜ ਹੋਇਆ ਸੀਗਾ ਬਠਿੰਡੇ ਦੇ ਵਿੱਚ, ਉਹਦੇ ਵਿੱਚ ਰੌਲਾ ਇਹ ਚੱਲਿਆ ਸੀ ਕਿ ਜਿਹੜਾ ਚੋਲਾ ਦਿੱਤਾ ਗਿਆ ਸੀਗਾ ਸਰਸੇ ਵਾਲੇ ਨੂੰ, ਇੱਕ ਵੱਡੇ ਅਧਿਕਾਰੀ ਨੇ ਪੁਲਿਸ ਦੇ ਨੇ ਕਿਹਾ ਸੀ ਕਿ ਉਹ ਸੁਖਬੀਰ ਸਿੰਘ ਬਾਦਲ ਨੇ ਪ੍ਰਦਾਨ ਕੀਤਾ ਸੀ। ਇੱਥੋਂ ਤੱਕ ਕਿ ਇੱਕ ਪ੍ਰੇਮਨ ਨੇ ਵੀ ਇਹ ਗੱਲ ਕਹੀ ਸੀ। ਸੋ ਕਿਤੇ ਨਾ ਕਿਤੇ ਉਹ ਗੱਲ ਜਾਂ ਤਾਂ ਲੀਕ ਹੋ ਰਹੀ ਹੈ ਜਾਂ ਉਹ ਇਸ ਗੱਲ ਦਾ ਆਪਦਾ ਭਾਰ ਬਣਾ ਰਹੇ ਨੇ ਕਿ ਸਾਨੂੰ ਤਾਂ ਪਹਿਲਾਂ ਹੀ ਪਤਾ ਜੀ, ਤਾਂ ਕਿ ਜੇ ਕੱਲ੍ਹ ਨੂੰ ਕਿਸੇ ਕੇਸ ਦੇ ਵਿੱਚ ਸਰਕਾਰ ਇਹਨਾਂ ਨੂੰ ਗ੍ਰਿਫਤਾਰ ਕਰਨ ਦੀ ਨੌਬਤ ਪਹੁੰਚਦੀ ਹੈ ਤਾਂ ਇਹ ਕਹਿਣ ਜੋਗੇ ਹੋਣ ਕਿ ਸਾਨੂੰ ਤਾਂ ਪਹਿਲਾਂ ਹੀ ਪਤਾ ਸੀ। ਪਰ ਜਿਹੜੀਆਂ ਇਹ ਚੀਕਾਂ ਮਾਰ ਰਹੇ ਨੇ ਉਹ ਤੋਂ ਲੋਕਾਂ ਦੇ ਵਿੱਚ ਪ੍ਰਭਾਵ ਕੋਈ ਚੰਗਾ ਨਹੀਂ ਜਾ ਰਿਹਾ। ਜੇ ਤੁਸੀਂ ਕੁਝ ਕੀਤਾ ਨਹੀਂ ਫਿਰ ਤੁਹਾਨੂੰ ਡਰਨ ਦੀ ਕੀ ਲੋੜ ਹੈ, ਤੇ ਜੇ ਕੀਤਾ ਹੈ, ਜੇ ਦਾਲੀ ਕਾਲੀ ਹੈ ਸਾਰੀ ਕੱਟੀ ਵੀ, ਤੇ ਫਿਰ ਤਾਂ ਕਾਨੂੰਨ ਦਾ ਸਾਹਮਣਾ ਕਰਨਾ ਹੀ ਪਏਗਾ। ਤੇ ਦਸ਼ਮੇਸ਼ ਨਹਿਰ ਦੀ ਉਸਾਰੀ ਕੀਤੀ ਜਾਵੇ, ਇਸ ਗੱਲ ਦੀ ਵੀ ਮੰਗ ਉੱਠ ਰਹੀ ਹੈ ਜੀ। ਇਹ 1998 ਦੀ ਗੱਲ ਹੈ ਜੀ। 1998 ਦੇ ਵਿੱਚ ਉਸ ਵੇਲੇ ਦੇ ਖਜ਼ਾਨਾ ਮੰਤਰੀ ਕੈਪਟਨ ਕਮਲਜੀਤ ਸਿੰਘ ਨੇ ਇੱਕ ਯੋਜਨਾ ਬਣਾਈ ਸੀ ਕਿ ਆਨੰਦਪੁਰ ਸਾਹਿਬ ਤੋਂ ਡੇਰਾਬੱਸੀ ਦੇ ਇਲਾਕੇ ਵੱਲ ਇੱਕ ਨਹਿਰ ਪੁੱਟੀ ਜਾਵੇ, ਦਸ਼ਮੇਸ਼ ਕਨਾਲ, ਜਿਹਦੇ ਵਿੱਚ ਪਾਣੀ ਜਿਹੜਾ ਇਸ ਇਲਾਕੇ ਨੂੰ ਸਿੰਜਾਈ ਵਾਸਤੇ ਮਿਲੇ। ਕਈ ਇਲਾਕਿਆਂ ਦਾ ਪਾਣੀ ਪੀਣ ਯੋਗ ਨਹੀਂ, ਉਹਨਾਂ ਨੂੰ ਪੀਣ ਵਾਸਤੇ ਮਿਲੇ। ਇਹ ਠੰਡੇ ਵਾਸਤੇ ਦੇ ਵਿੱਚ ਪੈ ਗਈ ਸੀ। 10 ਸਾਲ ਅਕਾਲੀ ਭਾਜਪਾ ਸਰਕਾਰ ਰਹੀ, ਕਿਸੇ ਨੇ ਇਹਦੇ ਤੇ ਕੰਮ ਨਹੀਂ ਕੀਤਾ। ਕਾਂਗਰਸ ਦੀ ਸਰਕਾਰ ਕੈਪਟਨ ਅਮਰਿੰਦਰ ਸਿੰਘ ਦੀ ਰਹੀ, ਕਿਸੇ ਨੇ ਕੰਮ ਨਹੀਂ ਕੀਤਾ। ਜਦੋਂ ਹੁਣ ਇਹ ਸਰਕਾਰ ਅਮਰਿੰਦਰ ਸਿੰਘ ਦੀ ਆਈ, ਇਹ ਮੰਗ ਉੱਠੀ ਤਾਂ ਹਰਦਿਆਲ ਸਿੰਘ ਕੰਬੋਜ ਜਿਹੜੇ ਰਾਜਪੁਰੇ ਤੋਂ MLA ਨੇ, ਉਹਨਾਂ ਦੀ ਅਗਵਾਈ ਦੇ ਵਿੱਚ ਇੱਕ ਵਿਧਾਨ ਸਭਾ ਨੇ ਕਮੇਟੀ ਬਣਾਈ ਸੀ, ਜਿਨ੍ਹਾਂ ਨੇ ਹੁਣ ਆਪਣੀ ਰਿਪੋਰਟ ਦੇਤੀ ਹੈ ਕਿ ਹਾਂ ਇਹ ਨਹਿਰ ਬਣਨੀ ਚਾਹੀਦੀ ਹੈ। ਹੁਣ ਬਣਦੀ ਹੈ ਕਿ ਨਹੀਂ ਬਣਦੀ, ਨੋਟੀਫਿਕੇਸ਼ਨ ਹੁੰਦਾ ਨਹੀਂ ਹੁੰਦਾ, ਸਰਕਾਰ ਦੇ ਮਹੀਨੇ ਦਾ ਸਭਾ ਰਹਿ ਗਿਆ। ਉਹ ਸਭਾ ਦੇ ਵਿੱਚ ਮਤਲਬ ਕੀ ਕੁਝ ਹੋਏਗਾ ਮੈਂ ਕੁਝ ਕਹਿ ਨਹੀਂ ਸਕਦਾ, ਪਰ ਇਸ ਇਲਾਕੇ ਨੂੰ ਜੇ ਇਹ ਨਹਿਰ ਬਣ ਜਾਂਦੀ ਹੈ ਤਾਂ ਇਹਦਾ ਫਾਇਦਾ ਜ਼ਰੂਰ ਹੋਵੇਗਾ। ਖਬਰਾਂ ਨੂੰ ਤੋੜ ਕੇ ਤੁਹਾਡੇ ਸਾਹਮਣੇ ਸੱਚ ਪੇਸ਼ ਕਰਨ ਵਾਲੇ ਪ੍ਰੋਗਰਾਮ ਖਬਰ ਤੋੜ ਦੇਖ ਰਹੇ ਦਰਸ਼ਕਾਂ ਦਾ ਅੱਜ ਅਸੀਂ ਧੰਨਵਾਦ ਵੀ ਕਰਦੇ ਹਾਂ, ਤੇ ਆਸ ਕਰਦੇ ਹਾਂ ਕਿ ਉਹ ਇਸ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਗੇ, ਲਾਈਕ ਕਰਨਗੇ, YouTube ਬਾਕਸ ਦੇ ਵਿੱਚ ਕਮੈਂਟਸ ਪਾਉਣਗੇ, ਕਿਉਂਕਿ D5 ਚੈਨਲ ਪੰਜਾਬੀ ਨੂੰ ਉਤਸ਼ਾਹਿਤ ਕਰਨ ਲਈ ਤੁਹਾਡੀ ਪ੍ਰਸ਼ੰਸਾ ਦੀ ਜਾਂ ਤੁਹਾਡੀ ਕ੍ਰਿਟਿਸਿਜ਼ਮ ਦੀ ਵੀ ਬਹੁਤ ਜ਼ਰੂਰਤ ਹੁੰਦੀ ਹੈ। ਅਸੀਂ ਜਲਦੀ ਐਪ ਰਾਹੀਂ IPTV ਰਾਹੀਂ ਤੁਹਾਡੇ ਸਾਹਮਣੇ ਆਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਜੇ ਪਰਮਾਤਮਾ ਨੇ ਚਾਹਿਆ ਤਾਂ ਤੁਹਾਨੂੰ ਫੁੱਲ ਫਲੈਜ TV ਸਕਰੀਨ ਤੇ D5 ਚੈਨਲ ਪੰਜਾਬੀ ਦਾ ਇੱਕ 24 ਘੰਟੇ ਦਾ ਚੈਨਲ ਵੀ ਜਲਦ ਮਿਲੂਗਾ। ਬਹੁਤ ਬਹੁਤ ਧੰਨਵਾਦ ਜੀ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗਿਆਨੀ ਸਾਹਿਬ ਸਿੰਘ ਜੀ ਸ਼ਾਹਬਾਦ ਮਾਰਕੰਡਾ ਵਾਲਿਆਂ ਨਾਲ ਕਰੋ ਸਿੱਧੀ ਗੱਲਬਾਤ ਤੇ ਜਾਣੋ ਗੁਰਬਾਣੀ ਦੇ ਅਰਥ। ਰੋਜ਼ਾਨਾ ਪਾਠ ਕਰਨ ਵਾਲੇ ਇਹ ਪ੍ਰੋਗਰਾਮ ਜ਼ਰੂਰ ਦੇਖਣ ਤੇ ਗੁਰੂ ਸਾਹਿਬ ਦੀਆਂ ਅਸੀਸਾਂ ਦੇ ਪਾਤਰ ਬਣਨ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਗੁਰਬਾਣੀ ਗਿਆਨ, ਐਤਵਾਰ ਸਵੇਰੇ 7 ਤੋਂ 8 ਵਜੇ ਤੱਕ D5 ਚੈਨਲ ਪੰਜਾਬੀ ਤੇ। ਕੀ ਹੁੰਦੀ ਹੈ ਜਮਾਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ naibtehsildar.com ਕਾਨੂੰਨ ਜਾਇਦਾਦ ਦਾ।